वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 67। ਲੇਖਕ ਸਤਵੀਰ ਸਿੰਘ। ਭਾਗ 6ਵਾਂ। ਆਨੰਦਪੁਰ ਵਿੱਚ ਤਿਆਰੀਆਂ ਦੇ 8 ਸਾਲ 1675 ਈਸਵੀ ਤੋਂ 1683 ਈਸਵੀ ਤੱਕ। ਤਖਤ ਤੇ ਬੈਠਦਿਆਂ ਚੜ੍ਹਦੀ ਕਲਾ ਦੇ ਬਚਨ। ਜਦ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਸ ਸਮੇਂ 9 ਸਾਲ ਦੀ ਸੀ, ਪਰ ਉਹਨਾਂ ਕੌਮ ਵਿੱਚ ਸਾਹਸ ਭਰਨ ਲਈ ਤਖਤ ਤੇ ਬੈਠਦਿਆਂ ਐਸੇ ਹੁਕਮ ਦੇਣੇ ਆਰੰਭ ਕਰ ਦਿੱਤੇ ਜਿਨ੍ਹਾਂ ਕਾਰਨ ਕੌਮ ਵਿੱਚ ਨਵੀਂ ਰੂਹ ਫੂਕੀ ਗਈ। ਜਦ 9ਵੇਂ ਪਾਤਸ਼ਾਹ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਨੰਦਪੁਰ ਪੁੱਜੇ ਤਾਂ ਆਪ ਜੀ ਨੇ ਹੱਥੀਂ ਸੰਸਕਾਰ ਕੀਤਾ ਅਤੇ ਸੰਗਤਾਂ ਨੂੰ ਕਿਹਾ, ਹੁਣ ਸਭ ਸਗੋਂ ਤਿਆਰ ਹੋਵੋ, ਸ਼ੌਂਕ ਦੀ ਥਾਂ ਸ਼ੁਕਰ ਕਰੋ ਅਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਟੁਰਨ ਦਾ ਪ੍ਰਣ ਕਰੋ। ਕੇਸ ਰੱਖਣ ਦਾ ਹੁਕਮ ਵੀ ਆਪ ਜੀ ਨੇ ਦਿੱਤਾ। ਜਦ ਆਪ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੀ ਵੰਸ਼ ਦੇ ਬਾਬਾ ਰਾਮ ਕੌਰ ਜੀ ਨੇ ਕਲਗੀ ਜੀਗਾ ਹੀਰਿਆਂ ਪੰਨਿਆਂ ਦੀ ਚੜ੍ਹਤ ਵਾਲੀ ਦਸਤਾਰ ਪੇਸ਼ ਕੀਤੀ ਅਤੇ ਹੱਥੀਂ ਸਜਾ ਦਿੱਤੀ। ਨਾਲ ਹੀ ਦੁਸ਼ਾਲਾ, ਮੋਤੀਆਂ ਦੀ ਮਾਲਾ, ਕਮਾਨ, ਤਲਵਾਰ, ਚਾਂਦੀ ਦੇ ਸਾਜ਼ ਨਾਲ ਸਜਿਆ ਘੋੜਾ, ਬਾਜ ਅਤੇ 5 ਮੋਹਰਾਂ ਵੀ ਭੇਟ ਕੀਤੀਆਂ। ਫਿਰ ਦੂਰ ਦੂਰ ਤੋਂ ਆਈ ਸੰਗਤ ਨੇ ਭੇਟਾਂ ਦਿੱਤੀਆਂ। ਮਾਤਾ ਗੁਜਰੀ ਜੀ ਨੇ ਹੋਵੋ ਸੂਜਸ ਪ੍ਰਤਾਪ ਉਚੇਰਾ ਦੀ ਅਸੀਸ ਚੁੰਮ ਕੇ ਦਿੱਤੀ। ਸੰਗਤ ਇੰਨੀ ਸੀ ਕਿ ਲੰਗਰ ਦੁਪਹਿਰ ਨੂੰ ਵਰਤਣਾ ਆਰੰਭ ਹੋਇਆ ਅਤੇ ਸਵਾ ਪਹਿਰੇ ਗਈ ਰਾਤ ਤੀਕ ਵਰਤਦਾ ਰਿਹਾ। ਔਰੰਗਜ਼ੇਬ ਚਾਹੁੰਦਾ ਸੀ ਕਿ ਚਾਰੇ ਪਾਸੇ ਭੈ ਫੈਲ ਜਾਏ, ਪਰ ਆਨੰਦਪੁਰ ਸੰਗਤਾਂ ਭੈ ਰਹਿਤ ਸੀਸ ਤਲੀ ਤੇ ਰੱਖ ਕੇ ਪੁੱਜ ਰਹੀਆਂ ਸਨ। ਜਿੱਥੇ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਪੂਜੇ ਲੋਕੀ ਸ਼ਸਤਰ ਅਤੇ ਜਵਾਨੀਆਂ ਭੇਟ ਕਰਨ ਲਈ ਟੁਰੀ ਆ ਰਹੇ ਸਨ। ਆਨੰਦਪੁਰ ਵਿੱਚ ਆਪ ਜੀ ਨੇ ਮਸ਼ਕ ਲਈ ਜੰਗਾਂ ਕਰਾਉਣੀਆਂ ਆਰੰਭ ਕਰ ਦਿੱਤੀਆਂ। ਹੋਰ ਦਲੇਰੀ ਭਰਨ ਲਈ ਮੁਕਾਬਲੇ ਵੀ ਕਰਵਾਉਣ ਲੱਗ ਪਏ। ਆਤਮ ਨਿਰਭਰਤਾ ਭਰਨ ਲਈ ਆਨੰਦਪੁਰ ਸ਼ਸਤਰ ਬਣਾਉਣ ਅਤੇ ਬੰਦੂਕਾਂ ਢਾਲਣ ਦੇ ਕਾਰਖਾਨੇ ਵੀ ਬਣਾ ਦਿੱਤੇ। ਕਿਲਿਆਂ ਦੀ ਉਸਾਰੀ ਆਰੰਭ ਹੋ ਗਈ। ਕਈ ਦਮਦਮੇ ਸਾਜੇ। ਚਮੜੇ ਦਾ ਕਾਰਖਾਨਾ ਵੀ ਲਗਾਇਆ ਗਿਆ। ਫੁਰਤੀਲੇ ਅਤੇ ਚੰਗੀ ਨਸਲ ਦੇ ਘੋੜੇ ਖਰੀਦਣ ਲਈ ਕਾਬਲ ਵੱਲ ਖਾਸ ਸਿੱਖ ਭੇਜੇ। ਇੱਕ ਹੁਕਮਨਾਮੇ ਵਿੱਚ ਮਸੰਦਾਂ ਨੂੰ ਸ਼ਸਤਰ ਅਤੇ ਅਸਤਰ ਭੇਟ ਲੈ ਕੇ ਪੁੱਜਣ ਦੀ ਵੀ ਆਗਿਆ ਕੀਤੀ। ਮਸੰਦਾਂ ਵੱਲੋਂ ਰੁਕਾਵਟਾਂ ਤੇ ਰੋਸਾ। ਮਸੰਦਾਂ ਨੂੰ ਜਦ ਨਵੀਆਂ ਹਦਾਇਤਾਂ ਪੁੱਜੀਆਂ ਤਾਂ ਉਹਨਾਂ ਵਿੱਚੋਂ ਬਹੁਤਿਆਂ ਨੇ ਅਮਲ ਕਰਨ ਦੀ ਥਾਵੇਂ ਆਨੰਦਪੁਰ ਵੱਲ ਐਸੇ ਲੋਕ ਭੇਜਣੇ ਆਰੰਭ ਕਰ ਦਿੱਤੇ ਜੋ ਦਸ਼ਮੇਸ਼ ਪਿਤਾ ਨੂੰ ਇਸ ਪਾਸੇ ਤੋਂ ਵਰਜਣ। ਮਸੰਦਾਂ ਦੇ ਸਿੱਖੇ ਸਿਖਾਏ ਕਈ ਗੁਰੂ ਜੀ ਨੂੰ ਤਾਂ ਸਿੱਧੇ ਕੁਝ ਆਖ ਨਾ ਸਕੇ, ਪਰ ਮਾਤਾ ਜੀ ਨੂੰ ਜ਼ਰੂਰ ਕਿਹਾ ਕਿ ਹੁਣ ਤਖਤ ਤੇ ਜਹਾਂਗੀਰ ਨਹੀਂ ਔਰੰਗਜ਼ੇਬ ਹੈ। ਜਹਾਂਗੀਰ ਨੇ ਦਿਖਾਵੇ ਲਈ ਫਿਰ ਵੀ ਨਿਆਂ ਦਾ ਢੰਡੋਰਾ ਦਿੱਤਾ ਹੋਇਆ ਸੀ, ਪਰ ਇਹ ਔਰੰਗਜ਼ੇਬ ਕਿਸੇ ਦੀ ਪਰਵਾਹ ਨਹੀਂ ਕਰਦਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਗੱਲ ਮੁੱਕੀ ਨਹੀਂ। ਉਸ ਨੇ ਧੀਰ ਮੱਲ ਤੱਕ ਨੂੰ ਪਕੜ ਦਿੱਲੀ ਮੰਗਵਾ ਲਿਆ ਹੈ। ਰਾਮ ਰਾਏ ਬਾਦਸ਼ਾਹ ਦੇ ਹੱਥਾਂ 'ਤੇ ਚੜ੍ਹਿਆ ਹੋਇਆ ਹੈ। ਭਲਾ ਇਸ ਵਿੱਚ ਹੈ ਕਿ ਚੁੱਪ ਕੱਟੀ ਕੀਤੀ ਜਾਏ। ਜਦ ਮਾਤਾ ਜੀ ਨੇ ਇਹ ਸਭ ਗੱਲਾਂ ਗੁਰੂ ਜੀ ਤੱਕ ਪਹੁੰਚਾ ਦਿੱਤੀਆਂ ਤਾਂ ਉਹਨਾਂ ਫਰਮਾਇਆ, ਮਾਂ ਇਹਨਾਂ ਮਸੰਦਾਂ ਦੀ ਆਤਮਾ ਪੂਜਾ ਥਾਨ ਖਾ ਕੇ ਮਲੀਨ ਹੋ ਗਈ ਹੈ। ਇਹ ਆਲਸੀ ਅਤੇ ਵੇਲੜ ਹੋ ਗਏ ਹਨ। ਔਰੰਗਜ਼ੇਬ ਚਾਹੁੰਦਾ ਹੈ ਲੋਕ ਅਧੀਨਗੀ ਭਾਵ ਵਿੱਚ ਵਿਚਰਨ, ਸਿਰ ਨਿਵਾ ਕੇ ਤੁਰਨ। ਮੈਂ ਅਜਿਹੇ ਸਿੱਖ ਪੈਦਾ ਕਰਾਂਗਾ ਜੋ ਸਦਾ ਸਿਰ ਉੱਚਾ ਕਰਕੇ ਤੁਰਨਗੇ। ਉਹ ਘੋੜਿਆਂ ਤੇ ਚੜ੍ਹਨ ਦੀ ਮਨਾਹੀ ਕਰ ਰਿਹਾ ਹੈ, ਮੈਂ ਸ਼ਾਹ ਸਵਾਰ ਬਣਾਵਾਂਗਾ। ਉਹ ਮੰਦਰ ਤੱਕ ਸ਼ੰਖ ਵਜਾਉਣ ਤੋਂ ਰੋਕ ਰਿਹਾ ਹੈ, ਮੈਂ ਰਣਜੀਤ ਨਗਾਰੇ ਵਜਾਵਾਂਗਾ। ਮਸੰਦਾਂ ਦੀ ਨੀਚਤਾ ਪ੍ਰਗਟਾਉਣ ਲਈ ਗੁਰੂ ਜੀ ਨੇ ਬਾਹਰੋਂ ਆਏ ਇੱਕ ਮਸੰਦ ਦਾ ਭਰੀ ਸੰਗਤ ਵਿੱਚ ਪਾਜ ਖੋਲ੍ਹ ਦਿੱਤਾ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਅੰਦਰਲੀ ਕਮਜ਼ੋਰੀ ਦਾ ਪਤਾ ਲੱਗ ਜਾਏ। ਇੱਕ ਦੁਲਚਾ ਨਾਂ ਦੇ ਮਸੰਦ ਨੇ ਜਦ ਆਪਣੇ ਵੱਲੋਂ ਸਭ ਭਟਾਵਾਂ ਅੱਗੇ ਰੱਖ ਦਿੱਤੀਆਂ ਤਾਂ ਸਤਿਗੁਰ ਨੇ ਕਿਹਾ ਕਿ ਹੋਰ ਵੀ ਕੋਈ ਕਿਸੇ ਦੀ ਭੇਟਾ ਹੋਵੇ ਤਾਂ ਦੱਸ ਦਿਓ। ਜਦ ਉਸਨੇ ਇਨਕਾਰੀ ਵਿੱਚ ਸਿਰ ਝੁਕਾਇਆ ਤਾਂ ਅੰਤਰਜਾਮੀ ਪਾਤਸ਼ਾਹ ਨੇ ਇਸ਼ਾਰੇ ਨਾਲ ਪਗੜੀ ਦਾ ਇੱਕ ਲੜ ਲਾਉਣ ਲਈ ਕਿਹਾ ਤਾਂ ਸੰਗਤਾਂ ਸਾਹਮਣੇ ਹੀ ਕਲਗੀਆਂ ਵਾਲੇ ਦੇ ਮੇਚੇ ਦੇ ਜੜਾਊ ਕੜਿਆਂ ਦੀ ਜੋੜੀ ਜ਼ਮੀਨ ਤੇ ਡਿੱਗ ਪਈ। ਮਸੰਦ ਨੇ ਚਰਨ ਪਕੜ ਲਏ, ਪਰ ਲੋਕਾਂ ਨੂੰ ਇਹਨਾਂ ਦੀ ਹਕੀਕਤ ਦਾ ਪਤਾ ਲੱਗ ਗਿਆ। ਮਸੰਦ ਕਿਤਨੇ ਚਲਾਕ ਸਨ ਕਿ ਉਹਨਾਂ ਇਹ ਵੀ ਪ੍ਰੇਰਨਾ ਦੇਣੀ ਚਾਹੀ ਕਿ ਜਿਸ ਜੰਝੂ ਦੀ ਰੱਖਿਆ ਲਈ ਗੁਰੂ ਸ਼ਹੀਦ ਹੋਏ ਹਨ ਉਹ ਤੁਸੀਂ ਵੀ ਪਹਿਨੋ। ਪਰ ਦਸਮ ਪਿਤਾ ਨੇ ਕਿਹਾ, ਇਹ ਤੁਸੀਂ ਪਏ ਕੀ ਕਹਿੰਦੇ ਹੋ? ਹੁਕਮ ਇਹ ਹੈ, ਧੜਗ ਧਰੋ ਤਨ ਉਜਲ ਹੋਈ, ਨਾਮ ਜਪੋ ਮੁਖ ਕੰਠ ਪਰੋਈ। ਹੋਰ ਕੌਤਕ। ਭਾਵੇਂ ਸਿੱਖ ਗੁਰੂ ਲੋ ਅਤੇ ਪਰਵਾਨਿਆਂ ਵਾਂਗ ਟੁਰੇ ਆ ਰਹੇ ਸਨ, ਪਰ ਵਿੱਚੋਂ ਕੁਝ ਕਿੰਤੂ ਕਰਨ ਵਾਲੇ ਵੀ ਸਨ। ਸ਼ੰਕਾ ਇਹ ਵੀ ਸੀ ਕਿ ਇਹਨਾਂ ਵਿੱਚ ਉਹ ਸ਼ਕਤੀ ਹੈ ਜਾਂ ਨਹੀਂ। ਆਨੰਦਪੁਰ ਪੁੱਜ ਕੇ ਜਦ ਉਹਨਾਂ ਕੌਤਕ ਦੇਖੇ ਤਾਂ ਹੋਰ ਸ਼ਰਧਾ ਵਿੱਚ ਭਿੱਜ ਕੇ ਵਾਪਸ ਆਏ।
ਇੱਕ ਦਿਨ ਇੱਕ ਆਦਮੀ ਬਾਜ਼ਾਰ ਵਿੱਚ ਰੋਈ ਜਾਏ ਅਤੇ ਨਾਲ ਇਹ ਆਖੀ ਜਾਏ ਕਿ ਗੁਰੂ ਘਰ ਵੀ ਚੋਰ ਪੈਂਦੇ ਹਨ। ਉਸ ਦੀ ਥੈਲੀ ਚੁੱਕੀ ਗਈ। ਜਾਣੀ ਜਾਣ ਪਿਤਾ ਨੇ ਨਾ ਸਿਰਫ ਚੋਰ ਦੇ ਘਰ ਸਿੱਖ ਦੌੜਾਇਆ, ਸਗੋਂ ਥੈਲੀ ਵੀ ਵਾਪਸ ਲਿਆ ਕੇ ਪੁਜਾਈ। ਇਸੇ ਤਰ੍ਹਾਂ ਇੱਕ ਬੈਰਾਗੀ ਨੇ ਜਦੋਂ ਪ੍ਰਭੂ ਮਿਲਾਪ ਦੀ ਜਾਚਨਾ ਕੀਤੀ ਤਾਂ ਆਪ ਜੀ ਨੇ ਉਸ ਵੱਲ ਸਿਰਫ ਨੀਝ ਲਾ ਕੇ ਹੀ ਦੇਖਿਆ ਤੇ ਕਿਹਾ, ਬੋਲ ਵਾਹਿਗੁਰੂ। ਉਸ ਦਾ ਤਨ ਮਨ ਹਰਿਆ ਹੋ ਗਿਆ। ਹਰ ਆਈ ਸੰਗਤ ਨੂੰ ਉਪਦੇਸ਼ ਇਹ ਹੀ ਦਿੰਦੇ, ਮਾਇਆ ਕੇ ਛਲ ਵਿੱਚ ਨਾ ਆਓ, ਆਪਣਾ ਆਪ ਮਾਇਆ ਤੋਂ ਬਚਾਓ। ਗੁਰੂ ਪਿਤਾ ਫਰਮਾ ਗਏ ਹਨ, ਬਚਨ ਹੀ ਧਰਮ ਹੈ ਕਿਹਾ, ਬਚਨ ਗਿਆ ਤਾਂ ਧਰਮ ਰਿਹਾ। ਇੱਕ ਵਾਰੀ ਆਪ ਜੀ ਅਤੇ ਬਾਬਾ ਸੂਰਜਮੱਲ ਜੀ ਦੇ ਸਪੁੱਤਰ ਗੁਲਾਬ ਰਾਏ ਦਰਿਆ ਵਿੱਚ ਇਕੱਠੇ ਤਾਰੀਆਂ ਲਾ ਰਹੇ ਸਨ ਕਿ ਪਾਤਸ਼ਾਹ ਨੇ ਉਸ ਨੂੰ ਐਸਾ ਭਜਾਇਆ ਕਿ ਉਹ ਘਬਰਾਇਆ ਹੋਇਆ ਬਾਹਰ ਆਇਆ ਅਤੇ ਕਿਨਾਰੇ ਤੋਂ ਦਸ਼ਮੇਸ਼ ਦੀ ਪਗੜੀ ਆਪਣੇ ਸਿਰ ਧਰ ਕੇ ਨੱਠ ਗਿਆ। ਜਦ ਸੇਵਾਦਾਰ ਨੇ ਪਗੜੀ ਉਤਾਰਨ ਲਈ ਕਿਹਾ ਤਾਂ ਮਹਾਰਾਜ ਨੇ ਬਚਨ ਕੀਤੇ, ਰਹਿਣ ਦੇ, ਕਦੇ ਇਹ ਵੀ ਅਗਵਾਈ ਕਰੇਗਾ, ਪਰ ਇਸ ਪੱਗ ਵਾਲੇ ਸਿਰ ਵਿੱਚ ਅਹੰਕਾਰ ਨਾ ਆਉਣ ਦੇ। ਮਦ ਆਇਆ ਤਾਂ ਗਿਆ। ਦੂਰ ਦੂਰ ਤੋਂ ਭਟਾਵਾਂ। ਭਾਵੇਂ ਗੁਰੂ ਜੀ ਨੇ ਅਜੇ ਮਸੰਦ ਪ੍ਰਥਾ ਤੋੜਨ ਦਾ ਕੋਈ ਹੁਕਮ ਨਹੀਂ ਸੀ ਦਿੱਤਾ, ਪਰ ਲੋਕਾਂ ਵਿੱਚ ਇਹ ਖਬਰਾਂ ਪੁੱਜ ਗਈਆਂ ਸਨ ਕਿ ਗੁਰੂ ਆਸ਼ੇ ਵਿੱਚ ਮਸੰਦ ਰੁਕਾਵਟਾਂ ਪਾ ਰਹੇ ਹਨ। ਸੰਗਤਾਂ ਨੇ ਅਨੰਦਪੁਰ ਵਹੀਰਾਂ ਪਾਉਣੀਆਂ ਸ਼ੁਰੂ ਕੀਤੀਆਂ। ਇੱਕ ਸੰਗਤਾਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨਾ ਲੋਚਦੀਆਂ ਤਾਂ ਦੂਜੀਆਂ ਭਟਾਵਾਂ ਦੇਣਾ ਚਾਹੁੰਦੀਆਂ। ਕਾਬਲ, ਕੰਧਾਰ, ਬਲਖ, ਬੁਖਾਰਾ, ਗਜਨੀ, ਬੰਗਾਲ, ਅਸਾਮ, ਉੜੀਸਾ ਤੋਂ ਸਿੱਖ ਉਸ ਇਲਾਕੇ ਦੀਆਂ ਕੀਮਤੀ ਸੁਗਾਤਾਂ ਲੈ ਕੇ ਪੁੱਜ ਰਹੇ ਸਨ। ਜਦ ਕਾਬਲ ਦੀ ਸੰਗਤ ਨੇ ਸੁਣਿਆ ਕਿ ਕਾਬਲ ਤੋਂ ਦਿੱਲੀ ਦੇ ਬਾਦਸ਼ਾਹ ਲਈ 2 ਲੱਖ ਦਾ ਕੀਮਤੀ ਸ਼ਮਿਆਨਾ ਗਿਆ ਹੈ ਤਾਂ ਉਹਨਾਂ ਆਪਣੇ ਦਿਲ ਦੇ ਪਾਤਸ਼ਾਹ ਨੂੰ ਉਸ ਤੋਂ ਵੀ ਵੱਧ ਕੀਮਤੀ ਸ਼ਮਿਆਨਾ ਭੇਟ ਕੀਤਾ। ਉਹ ਸ਼ਮਿਆਨਾ ਉੱਨ ਦਾ ਬਣਿਆ ਹੋਇਆ ਸੀ ਅਤੇ ਉਸ ਵਿੱਚ ਸੋਨੇ ਚਾਂਦੀ ਦਾ ਕੰਮ ਸੀ। ਕਾਬਲ ਅਤੇ ਕੰਧਾਰ ਦੇ ਸਾਰੇ ਨਜ਼ਾਰੇ ਉਸ ਵਿੱਚ ਮੀਨਾਕਾਰੀ ਕਰਕੇ ਕੱਢੇ ਗਏ ਸਨ। ਸਿੱਖਾਂ ਨੂੰ ਹੁਕਮਨਾਮੇ ਪੁੱਜ ਗਏ ਸਨ ਕਿ ਗੁਰੂ ਜੀ ਉੱਤਮ ਭੇਟਾ ਸ਼ਾਸਤਰ ਅਤੇ ਘੋੜਿਆਂ ਦੀ ਗਿਣਦੇ ਹਨ। ਮਹਿਮਾ ਪ੍ਰਕਾਸ਼ ਵਾਲੇ ਲਿਖਿਆ ਹੈ ਕਿ ਜਿਸ ਕਿਸੇ ਨੇ ਸ਼ਸਤਰ ਭੇਟ ਕੀਤੇ ਉਸ ਤੇ ਗੁਰੂ ਜੀ ਵੱਖ ਰਹਿਮਤ ਕਰਦੇ। ਚੰਗੀ ਨਸਲ ਦੇ ਘੋੜੇ ਢੂੰਡ ਕੇ ਕਾਬਲ ਦੀ ਸੰਗਤ ਨੇ ਭੇਂਟ ਕੀਤੇ। ਸਾਰਾ ਖਰਚ ਇੱਕੋ ਦੁਨੀ ਚੰਦ ਨਾਂ ਦੇ ਸਿੱਖ ਨੇ ਆਪਣੇ ਸਿਰ ਤੇ ਚੁੱਕ ਲਿਆ ਸੀ। ਰਾਜਾ ਰਾਮ ਸਿੰਘ ਅਸਾਮ ਹੀ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਗਈ। ਜਦ ਉਹ ਦਿੱਲੀ ਪੁੱਜਾ ਤਾਂ ਉਸ ਬਹੁਤ ਅਫਸੋਸ ਕੀਤਾ। ਉਹ ਗੁਰੂ ਜੀ ਦੇ ਪਰਉਪਕਾਰਾਂ ਨੂੰ ਕਿਵੇਂ ਭੁੱਲ ਸਕਦਾ ਸੀ। ਔਰੰਗਜ਼ੇਬ ਦਿੱਲੀ ਤੋਂ ਅਜਮੇਰ ਵੱਲ ਚਲਾ ਗਿਆ ਸੀ। ਰਾਮ ਸਿੰਘ ਸਿੱਧਾ ਦਿੱਲੀ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੇ 5 ਘੋੜੇ ਭੇਟ ਕੀਤੇ ਅਤੇ ਗੁਰੂ ਜੀ ਦੇ ਸਾਹਸ ਅਤੇ ਭਰੋਸੇ ਦੀ ਰੱਜ ਕੇ ਉਪਮਾ ਕੀਤੀ। ਗੁਰੂ ਤੇਗ ਬਹਾਦਰ ਜੀ ਅਸਾਮ ਇੱਕ ਹੋਰ ਰਾਜੇ ਰਾਮ ਰਾਏ ਨੂੰ ਵੀ ਮਿਲੇ ਸਨ। ਉਹ ਗੋਰੀਪੁਰ ਦਾ ਜਗੀਰਦਾਰ ਸੀ ਅਤੇ ਰਾਜਾ ਕਰਕੇ ਹੀ ਜਾਣਿਆ ਜਾਂਦਾ ਸੀ। ਉਸ ਘਰ ਬੇਟੇ ਦੀ ਬਖਸ਼ਿਸ਼ 9ਵੇਂ ਪਾਤਸ਼ਾਹ ਗੁਰੂ ਦੀ ਰਹਿਮਤ ਕਰਕੇ ਹੋਈ ਸੀ। ਉਸਦਾ ਲੜਕਾ ਜਦ ਕੁਝ ਵੱਡਾ ਹੋਇਆ ਤਾਂ ਆਪਣੀ ਮਾਂ ਰਾਣੀ ਸਵਰਨਮਤੀ ਨਾਲ ਅਨੰਦਪੁਰ ਦਰਸ਼ਨਾਂ ਨੂੰ ਆਇਆ। ਭੇਟਾ ਲਈ ਇੱਕ ਪ੍ਰਸ਼ਾਦੀ ਹਾਥੀ ਲਿਆਇਆ ਜਿਸ ਦਾ ਸਰੀਰ ਬਿਲਕੁਲ ਕਾਲਾ ਸੀ, ਪਰ ਮੱਥਾ ਚਿੱਟਾ ਦੁੱਧ ਅਤੇ ਉੱਥੋਂ ਚਿੱਟੀ ਧਾਰੀ ਚੱਲ ਕੇ ਪੂਛ ਤੱਕ ਅਤੇ ਚਾਰੇ ਲੱਤਾਂ ਵੱਲ ਜਾਂਦੀ ਸੀ। ਹਾਥੀ ਇਤਨਾ ਸਿਧਾਇਆ ਹੋਇਆ ਸੀ ਕਿ ਬਲਦੀ ਮਿਸ਼ਾਲ ਚੁੱਕ ਚਾਨਣ ਕਰਦਾ ਸੀ ਅਤੇ ਸਵਾਰੀ ਵੇਲੇ ਚੌਰੀ ਫੜ ਕੇ ਸਿਰ ਤੇ ਚਵਰ ਕਰਦਾ ਜਾਂਦਾ ਸੀ। ਤੀਰ ਚਲਾਓ ਤਾਂ ਸੁੰਡ ਨਾਲ ਚੁੱਕ ਕੇ ਲੈ ਜਾਂਦਾ ਸੀ। ਸੁੰਡ ਵਿੱਚ ਚੌਰ ਲੈ ਕੇ ਗੁਰੂ ਜੀ ਤੇ ਫੇਰਦਾ ਰਹਿੰਦਾ ਸੀ। ਗੰਗਾ ਸਾਗਰ ਸੁੰਡ ਵਿੱਚ ਲੈ ਕੇ ਪੈਰਾਂ ਤੇ ਹੌਲੀ ਹੌਲੀ ਪਾਣੀ ਪਾਉਂਦਾ ਰਹਿੰਦਾ ਸੀ ਅਤੇ ਫਿਰ ਪਰਨੇ ਨਾਲ ਪੂੰਝ ਦਿੰਦਾ ਸੀ। ਜੋੜੇ ਝਾੜ ਕੇ ਅੱਗੇ ਰੱਖ ਦਿੰਦਾ ਸੀ। ਰਾਜਾ ਰਤਨ ਰਾਏ ਨੇ ਇੱਕ 5 ਕਲਾ ਸ਼ਸਤਰ ਵੀ ਉਚੇਰਾ ਬਣਾ ਕੇ ਭੇਂਟ ਕੀਤਾ। ਦੇਖਣ ਨੂੰ ਗਾਤਰੇ ਵਿੱਚ ਲੱਗੀ ਛੋਟੀ ਕਿਰਪਾਨ ਲੱਗਦਾ ਸੀ। ਕਲ ਦਬਾਇਆ ਨਿੱਕੀ ਪਿਸਤੌਲ ਬਣ ਜਾਂਦਾ ਸੀ ਅਤੇ ਕਲਾ ਮਰੋੜਿਆ ਨੇਜਾ ਹੋ ਜਾਂਦਾ ਸੀ। ਆਖਰੀ ਕਲ ਦਬਾਇਆ ਮੁੜ ਗਾਤਰੇ ਕਿਰਪਾਨ ਬਣ ਜਾਂਦੀ ਸੀ। ਮਾਂ ਪੁੱਤ ਅਨੰਦਪੁਰ 5 ਮਹੀਨੇ ਟਿਕੇ ਰਹੇ। ਕਈ ਵਾਰੀ ਤਿਆਰ ਹੁੰਦੇ ਪਰ ਪ੍ਰੇਮ ਵਸ ਰੁਕ ਜਾਂਦੇ। ਅਖੀਰ ਭਗਤੀ, ਗਿਆਨ ਅਤੇ ਗੁਰਸਿੱਖੀ ਦੀ ਬਖਸ਼ਿਸ਼ ਲੈ ਕੇ ਵਾਪਸ ਮੁੜੇ। ਉਸ ਦੀਆਂ ਭੇਟਾਵਾਂ ਵਿੱਚ ਇੱਕ ਚੋਪੜ ਅਤੇ ਇੱਕ ਪਿਆਲਾ ਵੀ ਸੀ। ਚੋਪੜ ਵਿਛਾਉਣ ਨਾਲ ਪੁਤਲੀਆਂ ਖੇਡਣ ਲੱਗ ਪੈਂਦੀਆਂ ਸਨ ਅਤੇ ਪਿਆਲੇ ਵਿੱਚੋਂ ਜਲ ਆਪੇ ਹੀ ਅਲੋਪ ਹੋ ਜਾਂਦਾ ਸੀ। ਰਾਜਾ ਭੀਮ ਚੰਦ ਨੇ ਜਦ ਇਹ ਕੀਮਤੀ ਵਸਤੂਆਂ ਦੇਖੀਆਂ ਤਾਂ ਉਸ ਦੀਆਂ ਅੱਖਾਂ ਤਾਂ ਚੁੰਧਿਆਈਆਂ ਹੀ, ਪਰ ਈਰਖਾ ਨਾਲ ਸੜਨ ਵੀ ਲੱਗ ਪਈਆਂ। ਵਾਪਸ ਮੁੜਦੇ ਦਿਲ ਦੀ ਭੜਾਸ ਕੱਢਦੇ ਆਖ ਵੀ ਗਿਆ ਕਿ ਇਹ ਕੀਮਤੀ ਵਸਤੂਆਂ ਤਾਂ ਰਾਜਿਆਂ ਪਾਸ ਹੀ ਸੌਂਪਦੀਆਂ ਹਨ। ਰਣਜੀਤ ਨਗਾਰਾ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਦੀ ਸਥਾਪਨਾ ਕੀਤੀ ਅਤੇ ਫਿਰ ਵਿਸਾਖੀ ਵਾਲੇ ਦਿਨ 9 ਨੇਜੇ ਭਰ ਉੱਚਾ ਸਿੰਘਾਸਨ ਤਿਆਰ ਕਰਵਾਇਆ ਅਤੇ ਨਗਾਰਾ ਬਣਵਾਇਆ ਜਿਸ ਦਾ ਨਾਮ ਵਿਜੇ ਪਾਣ ਵਾਲਾ ਰਣਜੀਤ ਨਗਾਰਾ ਰੱਖਿਆ।
ਜਦ ਵੀ ਗੁਰੂ ਜੀ ਦਰਬਾਰ ਲਗਾਉਣ ਲਈ ਮਹਿਲਾਂ ਤੋਂ ਬਾਹਰ ਨਿਕਲਦੇ ਨਗਾਰਾ ਵੱਜਦਾ ਅਤੇ ਜਦ ਉਹ ਦਰਬਾਰ ਤੋਂ ਵਾਪਸ ਹੁੰਦੇ ਤਾਂ ਵੀ ਵੱਜਦਾ ਰਹਿੰਦਾ। ਝੂਲ ਤੇ ਨਿਸ਼ਾਨ ਅਤੇ ਨਗਾਰਾ ਸੁਤੰਤਰ ਰਾਜ ਦੇ ਹੀ ਚਿੰਨ੍ਹ ਗਿਣੇ ਜਾਂਦੇ ਸਨ। ਮੈਕਗ੍ਰੇਗਰ ਨੇ ਸਿਰਫ ਨਗਾਰਾ ਵੱਜਣ ਦੀ ਗੱਲ ਸੁਣ ਕੇ ਹੀ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਾਜ ਬਣਾ ਲਿਆ ਸੀ। ਪਹਾੜੀ ਰਾਜੇ ਤਾਂ ਸੜਦੇ ਹੀ ਸਨ। ਹੁਣ ਔਰੰਗਜ਼ੇਬ ਵੀ ਦੁਖੀ ਹੋਇਆ। ਜੋ ਔਰੰਗਜ਼ੇਬ ਆਪਣੇ ਬੇਟੇ ਮੁਹੱਜਮ ਦੇ ਨਗਾਰੇ ਵਜਾਉਣ ਤੇ ਰੋਸ ਕਰਦਾ ਸੀ ਤਾਂ ਉਸ ਦਾ ਗੁਰੂ ਤੇ ਗਿਲਾ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਜਦ ਸੂਏ ਨੇ ਕਾਬਲ ਤੋਂ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਮੁਅੱਜ਼ਮ ਨੇ ਕਾਬਲ ਦੀ ਨਵਾਬੀ ਸੰਭਾਲਣ ਵੇਲੇ 4 ਨਗਾਰੇ ਵਜਾਏ ਤਾਂ ਔਰੰਗਜ਼ੇਬ ਨੇ ਮੋੜਵਾਂ ਪੱਤਰ ਮੁਅੱਜ਼ਮ ਨੂੰ ਲਿਖਿਆ ਸੀ ਕਿ ਤੈਨੂੰ ਦਰਬਾਰ ਵਿੱਚ ਦਾਖਲ ਹੁੰਦਿਆਂ ਸਿਰਫ 4 ਢੋਲ ਹੀ ਵਜਾਉਣੇ ਚਾਹੀਦੇ ਸਨ। ਜਿਸ ਵੇਲੇ ਅੱਲਾਹ ਤਾਲਾ ਤੈਨੂੰ ਤਖਤ ਨਸੀਬ ਕਰੇਗਾ ਬੇਸ਼ੱਕ ਰੱਜ ਕੇ ਨਗਾਰਾ ਵਜਵਾ ਲਈ, ਅਜੇ ਤੈਨੂੰ ਢੋਲ ਵਜਾਉਣੇ ਹੀ ਜੱਚਦੇ ਹਨ। ਔਰੰਗਜ਼ੇਬ ਲੋਕਾਂ ਨੂੰ ਅਧੀਨਗੀ ਦਾ ਭਾਵ ਭਰਨ ਲਈ ਐਸੇ ਕਈ ਫਰਮਾਨ ਜਾਰੀ ਕਰ ਰਿਹਾ ਸੀ। ਉਸ ਨੇ ਪਾਲਕੀ ਤੇ ਚੜ੍ਹਨ, ਇਰਾਕੀ ਜਾਂ ਅਰਬੀ ਘੋੜੇ ਦੀ ਸਵਾਰੀ, ਮੋਤੀਆਂ ਦੀ ਮਾਲਾ ਪਹਿਨਣੀ, ਨਗਾਰਾ ਜਾਂ ਧੌਸਾ ਵਜਾਉਣਾ ਅਤੇ ਆਪਣੇ ਨਾਮ ਨਾਲ ਪਾਤਸ਼ਾਹ ਲਗਾਉਣ ਦਾ ਹੁਕਮਨ ਮਨਾਹੀ ਕਰ ਦਿੱਤੀ ਸੀ। ਕਲਗੀ ਜਿਗਾ ਸ਼ਾਹੀ ਲਿਬਾਸ ਉਤਸ਼ਾਹ ਤੇ ਚੜ੍ਹਦੀ ਕਲਾ ਦਾ ਹੀ ਚਿੰਨ੍ਹ ਹੈ। ਜਰਾ ਕੁ ਝਾਤ ਔਰੰਗਜ਼ੇਬੀ ਹੁਕਮਾਂ 1661 ਤੋਂ 1665 ਤੱਕ ਪਾਉਣ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਹਿੰਦੁਸਤਾਨ ਵਿੱਚ ਕੀ ਵਾਪਰ ਰਹੀ ਸੀ ਅਤੇ ਗੁਰੂ ਜੀ ਕਿਸ ਉਤਸ਼ਾਹ ਵਿੱਚ ਵਿਚਰ ਰਹੇ ਸਨ। ਦੁੱਗਣੀ ਕਸਟਮ ਹਿੰਦੂਆਂ ਤੇ ਹੋ ਰਹੀ ਸੀ। ਮੁਸਲਮਾਨਾਂ ਲਈ ਚੁੰਗੀ ਮਾਫ ਸੀ। 1668 ਨੂੰ ਮੇਲਿਆਂ ਤੇ ਪਾਬੰਦੀ ਲੱਗ ਗਈ ਸੀ ਅਤੇ 1669 ਨੂੰ ਸਭ ਮਦਰਸੇ ਬੰਦ ਕਰ ਦਿੱਤੇ ਗਏ ਸਨ। ਮੁਨਸ਼ੀ ਤੱਕ ਹਿੰਦੂ ਹਟਾ ਦਿੱਤੇ ਗਏ ਸਨ। ਜੋ ਵੀ ਨਵਾਂ ਮੁਸਲਮਾਨ ਬਣਦਾ ਸੀ ਉਸ ਦਾ ਜਲੂਸ ਹਾਥੀ ਤੇ ਕੱਢਿਆ ਜਾਂਦਾ ਸੀ। ਜਜ਼ੀਆ ਫੇਰ ਲਾਗੂ ਕਰ ਦਿੱਤਾ ਸੀ। ਘੋੜੇ ਚੜ੍ਹਨ ਦੀ ਮਨਾਹੀ ਤੱਕ ਕਰ ਦਿੱਤੀ ਸੀ। ਇੱਧਰ ਗੁਰੂ ਜੀ ਨੇ ਵਿਸਾਖੀ ਦੀਵਾਲੀ ਮੇਲੇ ਜ਼ਰੂਰੀ ਕਰਾਰ ਦਿੱਤੇ ਸਨ। ਘੋੜਸਵਾਰੀ ਖੁੱਲ੍ਹੇਆਮ ਹੁੰਦੀ ਸੀ। ਰਣਜੀਤ ਨਗਾਰਾ ਉੱਠਦੇ ਉਤਸ਼ਾਹ ਦਾ ਪ੍ਰਤੀਕ ਸੀ। ਰਣਜੀਤ ਨਗਾਰੇ ਦੀ ਗੂੰਜ ਨਾਲ ਜਿੱਥੇ ਇੱਕ ਪਾਸੇ ਸਿੱਖਾਂ ਵਿੱਚ ਉਤਸ਼ਾਹ ਜਾਗਦਾ ਸੀ ਉੱਥੇ ਦੋਖੀਆਂ ਨੂੰ ਸੂਲਾਂ ਪੈਂਦੀਆਂ ਸਨ। ਦਰਬਾਰੀ ਕਵੀ ਮੰਗਲ ਨੇ ਸਾਰਾ ਚਿੱਤਰ ਇੱਕ ਸਵਈਏ ਵਿੱਚ ਖਿੱਚਿਆ ਹੈ। ਉਹ ਲਿਖਦੇ ਹਨ: ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰਨਾ ਦੀ, ਭੌਂ ਭਿਆ ਭੀਖਣੇ ਨੂੰ ਲੰਕਾਗੜ੍ਹ ਵਸਨੇ ਦਾ, ਫੇਰ ਸਵਾਰੀ ਆਮਦੀ ਏ ਮਹਾਂਬਾਹ ਦੀ, ਬਲ ਛੱਡ ਬਲ ਜਾਏ ਛਪਿਆ ਪਤਾਲ ਵਿੱਚ, ਫਤ ਦੀ ਨਿਸ਼ਾਨੀ ਜੈਂਦੇ ਦਵਾਰ ਦਰਗਾਹ ਦੀ, ਸਵਣੇ ਨਾ ਦੇਂਦੀ ਸੁੱਖ ਦੂਜਨਾਂ ਨੂੰ ਰਾਤ ਦਿਨ, ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ। ਗੁਰਬਿਲਾਸ ਪਾਤਸ਼ਾਹੀ 10ਵੀਂ ਨੇ ਰਣਜੀਤ ਨਗਾਰਾ ਬਣਨ ਤੇ ਜੋ ਪੀੜ ਪਹਾੜੀ ਰਾਜਿਆਂ ਨੂੰ ਹੋਈ ਅਤੇ ਜੋ ਭੈ ਮਸੰਦਾਂ ਵਿੱਚ ਛਾਇਆ ਉਸ ਦਾ ਜ਼ਿਕਰ ਬੜੇ ਹੀ ਵਿਸਥਾਰ ਨਾਲ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕਹਿਲੂਰ ਦਾ ਰਾਜਾ ਆਨੰਦਪੁਰ ਨੇੜੇ ਇੱਕ ਰਾਤ ਵਿਸ਼ਰਾਮ ਕਰ ਰਿਹਾ ਸੀ। ਇੱਧਰ ਹੁਕਮ ਸੀ ਕਿ ਨਗਾਰਾ ਰੋਜ਼ ਸਵੇਰੇ ਵੱਜੇ। ਕਿਸੇ ਖਬਰ ਆ ਪਹੁੰਚਾਈ ਕਿ ਰਾਜਾ ਨੇੜੇ ਟਿਕਿਆ ਹੈ ਸੋ ਨਗਾਰਾ ਨਾ ਵਜਾਉਣਾ। ਕਿਸੇ ਦੀ ਇਹ ਜੁਰਤ ਤਾਂ ਨਾ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ ਆਉਣ, ਪਰ ਮਾਤਾ ਨਾਨਕੀ ਪਾਸ ਗਏ ਅਤੇ ਕਿਹਾ ਘੱਟ ਤੋਂ ਘੱਟ ਰਾਜਾ ਦੇ ਹੁੰਦਿਆਂ ਨਗਾਰਾ ਨਾ ਵੱਜੇ ਤਾਂ ਚੰਗਾ ਹੈ। ਮਾਤਾ ਜੀ ਨੇ ਚੰਗਾ ਆਖ ਦਿੱਤਾ। ਜਦ ਸਵੇਰੇ ਨੇਮ ਮੁਤਾਬਕ ਨਗਾਰੇ ਦੀ ਆਵਾਜ਼ ਨਾ ਗੂੰਜੀ ਤਾਂ ਦਸ਼ਮੇਸ਼ ਪਿਤਾ ਨੇ ਨਗਾਰਚੀ ਨੂੰ ਬੁਲਾ ਕੇ ਪੁੱਛਿਆ ਕਿ ਅੱਜ ਸਵੇਰੇ ਨਗਾਰਾ ਕਿਉਂ ਨਹੀਂ ਵਜਾਇਆ। ਉਸ ਨੇ ਇਹ ਦੱਸਿਆ ਕਿ ਰਾਜਾ ਕਹਿਲੂਰ ਨੇੜੇ ਆਇਆ। ਜਾਣ ਕਿ ਉਹ ਨਾ ਤੜਪੇ, ਮਸੰਦਾਂ ਦੇ ਕਹਿਣ ਤੇ ਮਾਤਾ ਜੀ ਨੇ ਵਰਜ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮਾਤਾ ਜੀ ਨੂੰ ਕੁਝ ਨਾ ਕਹਿਣਾ, ਕਿਉਂਕਿ ਹਰ ਦਾਦੀ ਦੇ ਸੁਭਾਅ ਵਿੱਚ ਪੋਤਰੇ ਲਈ ਕੁਦਰਤੀ ਚਿੰਤਾ ਹੁੰਦੀ ਹੈ। ਮਾਈ ਸੁਭਾਅ ਕੋ ਤਰਾਸ ਮਨੰਤਰ, ਪਰ ਇਤਨਾ ਜ਼ਰੂਰ ਮਾਤਾ ਜੀ ਨੂੰ ਪੁੱਛਣਾ ਕਿ ਕਿਤਨੀ ਦੇਰ ਚੁੱਪ ਕਰਕੇ ਕੱਟਣੀ ਹੈ। ਇਹ ਕਦੇ ਨਾ ਭੁੱਲਣਾ ਕਿ ਇਹ ਸਿੰਘਾਸਨ ਜਿਸ ਤੇ ਮੈਂ ਬੈਠਾ ਹੋਇਆ ਹਾਂ ਗੁਰੂ ਨਾਨਕ ਦੇਵ ਜੀ ਦਾ ਹੈ, ਜੋ ਆਪ ਹੀ ਸੁੱਖਾਂ ਦੇ ਦਾਤੇ ਅਕਾਲ ਦਾ ਰੂਪ ਹਨ। ਸਿੰਘਾਸਨ ਹੈ ਗੁਰੂ ਨਾਨਕ ਕੋ, ਜਿਹ ਰੂਪ ਅਕਾਲ ਕੋ ਹੈ ਸੁਖਕਾਰੀ, ਸੋ ਨਿਰਭੈ ਹੋ ਕੇ ਨਗਾਰਾ ਵਜਾਓ। ਆਨੰਦਪੁਰ ਵਿੱਚ ਲੰਗਰ ਗੁਰੂ ਨਾਨਕ ਦੇਵ ਜੀ ਸੰਗਤ ਅਤੇ ਪੰਗਤ ਦੀ ਸੰਸਥਾ ਦੇ ਗਏ ਸਨ। ਗੁਰੂ ਅਮਰਦਾਸ ਜੀ ਨੇ ਹੁਕਮ ਜ਼ਰੂਰ ਦਿੱਤਾ ਸੀ ਕਿ ਲੰਗਰ ਵਿੱਚ ਪ੍ਰਸ਼ਾਦੇ ਛਕੇ ਬਗੈਰ ਉਹਨਾਂ ਦੇ ਦਰਸ਼ਨ ਨਹੀਂ ਹੋ ਸਕਣਗੇ, ਪਰ ਸਾਰੇ ਗੋਇੰਦਵਾਲ ਦਾ ਜਾਰੀ ਲੰਗਰ ਇੱਕ ਥਾਵੇਂ ਨਹੀਂ ਸੀ। ਆਨੰਦਪੁਰ ਵਿੱਚ ਪਹਿਲੀ ਵਾਰੀ ਸਰਬ ਸਾਂਝਾ ਲੰਗਰ ਕੀਤਾ ਅਤੇ ਹੁਕਮ ਕੀਤਾ ਕਿ ਸਾਰੇ ਆਨੰਦਪੁਰ ਵਿੱਚ ਕਿਸੇ ਦਾ ਆਪਣਾ ਵੱਖਰਾ ਚੁੱਲ੍ਹਾ ਜਾਂ ਚੌਂਕਾ ਨਹੀਂ ਹੋਵੇਗਾ। ਸੰਗਤਾਂ ਦੇ ਵੱਧ ਹੋ ਜਾਣ ਨਾਲ ਕਈ ਛੋਟੇ ਛੋਟੇ ਵੱਖ ਵੱਖ ਲੰਗਰ ਬਣਾ ਦਿੱਤੇ ਜਾਂਦੇ ਸਨ ਅਤੇ ਹਰ ਲੰਗਰ ਦਾ
ਨਿਗਰਾਨ ਇੱਕ ਮੁਖੀ ਸਿੱਖ ਲਗਾ ਦਿੱਤਾ ਜਾਂਦਾ ਸੀ। ਪਹਿਲਾਂ ਉੱਚੀਆਂ ਜਾਤਾਂ ਵਾਲੇ ਗੁਰੂ ਕੀ ਨਗਰੀ ਵਸੇਬਾ ਤਾਂ ਕਰ ਲੈਂਦੇ ਸਨ, ਪਰ ਚੁੱਲ੍ਹੇ ਚੌਂਕੇ ਦੀ ਭਿੱਟ ਕਰ ਜਾਂਦੇ ਸਨ। ਇਸ ਨਵੇਂ ਹੁਕਮ ਤੇ ਇੱਕੋ ਲੰਗਰ ਦੇ ਬਣਨ ਨਾਲ ਬ੍ਰਾਹਮਣਾਂ ਨੇ ਬਹੁਤ ਸ਼ੋਰ ਮਚਾਇਆ। ਲੰਗਰ ਤੱਕ ਛਕਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਜਦ ਇਹ ਕਿਹਾ, ਲੰਗਰ ਪਿੱਛੋਂ ਹਰ ਇੱਕ ਨੂੰ 1-1 ਰੁਪਇਆ ਵੀ ਮਿਲੇਗਾ, ਤਾਂ ਸਭ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਿਆ। ਜੋ ਰੌਲਾ ਪਾਉਣ ਵਿੱਚ ਸਭ ਤੋਂ ਮੂਹਰੀ ਸਨ, ਉਹ ਵੀ ਲੰਗਰ ਦੀਆਂ ਤਾਰੀਫਾਂ ਕਰਨ ਲੱਗੇ। ਗੁਰੂ ਗੋਬਿੰਦ ਸਿੰਘ ਜੀ ਕਿਸੇ ਦੀ ਹੇਠੀ ਨਹੀਂ ਸਨ ਕਰ ਰਹੇ, ਉਹ ਤਾਂ ਸਿਰਫ ਉਹਨਾਂ ਦੇ ਬੱਝੇ ਹੋਏ ਕੋਝੇ ਨਿਯਮ ਤੋੜ ਰਹੇ ਸਨ। ਇੱਥੋਂ ਹੀ ਝਗੜ ਕੇ ਇੱਕ ਪਰਮਾਨੰਦ ਨਾਂ ਦੇ ਬ੍ਰਾਹਮਣ ਭੀਮ ਚੰਦ ਪਾਸ ਚਲਾ ਗਿਆ। ਭੀਮ ਚੰਦ ਨੂੰ ਉਕਸਾਉਣ ਵਿੱਚ ਉਸ ਦਾ ਬਹੁਤ ਵੱਡਾ ਹੱਥ ਸੀ। ਉਹ ਇਹ ਕਹਿ ਕੇ ਚੁੱਕਦਾ ਸੀ ਕਿ ਤੁਹਾਡੇ ਰਾਜ ਵਿੱਚ ਹੀ ਧਰਮ ਦੀ ਹਾਨੀ ਹੋ ਰਹੀ ਹੈ। ਸਿੱਖ ਇਤਿਹਾਸ ਨੇ ਉਸ ਨੂੰ ਪੰਮਾ ਕਰਕੇ ਲਿਖਿਆ ਹੈ। ਭੀਮ ਚੰਦ ਨਗਾਰੇ ਤੋਂ ਦੁਖੀ ਸੀ। ਹੁਣ ਸਾਂਝੇ ਲੰਗਰ ਨੇ ਉਸ ਨੂੰ ਹੋਰ ਤਪਾ ਦਿੱਤਾ। ਲੰਗਰ ਨੂੰ ਗੁਰੂ ਗੋਬਿੰਦ ਸਿੰਘ ਜੀ ਕਿਤਨੀ ਮਹੱਤਤਾ ਦਿੰਦੇ ਸਨ, ਉਸ ਦੀ ਗਵਾਹੀ ਉਹ ਹੁਕਮ ਹਨ ਜੋ ਉਹਨਾਂ ਨੇ ਰੋਲ ਲੰਗਰ ਦੀ ਮਰਿਆਦਾ ਅਤੇ ਪ੍ਰਸ਼ਾਦ ਛਕਣ ਸਮੇਂ ਦਿੱਤੇ। ਆਪ ਜੀ ਦਾ ਫਰਮਾਨ ਸੀ, ਭਾਵੇਂ ਲੰਗਰ ਦੀ ਸੰਭਾਲ ਕੋਈ ਕਰ ਰਿਹਾ ਹੈ, ਪਰ ਇਹ ਲੰਗਰ ਗੁਰੂ ਦਾ ਹੈ, ਕਿਸੇ ਦੇ ਨਾਂ ਨਾਲ ਨਹੀਂ ਚਲਾਉਣਾ। ਸਾਰੇ ਆਨੰਦਪੁਰ ਵਾਸੀ ਅਤੇ ਸੰਗਤਾਂ ਲੰਗਰ ਵਿੱਚ ਬੈਠ ਹੀ ਛਕਣ। ਜੋ ਐਸਾ ਕਰਨ ਤੋਂ ਸੰਕੋਚ ਕਰੇ, ਇਨਕਾਰੀ ਹੋਵੇ, ਉਸ ਨੂੰ ਆਨੰਦਪੁਰ ਰਹਿਣ ਦਾ ਕੋਈ ਅਧਿਕਾਰ ਨਹੀਂ। ਲੰਗਰ ਛਕਦੇ ਨਾਮ ਦਾ ਜਾਪ ਹੁੰਦਾ ਰਹੇ, ਕੋਈ ਆਲਤੂ ਫਾਲਤੂ ਗੱਲ ਨਾ ਕਰੇ। ਲੰਗਰ ਛਕਣ ਉਪਰੰਤ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦੀ ਪਹਿਲੀ ਪੌੜੀ ਰਲ ਕੇ ਪੜ੍ਹੀ ਜਾਏ ਤਾਂ ਕਿ ਸਭ ਸ਼ੁਕਰ ਦੇ ਘਰ ਜਾਣ। ਕਿਸੇ ਨੂੰ ਲੰਗਰ ਘਰ ਜਾਂ ਨਾਲ ਲੈ ਕੇ ਜਾਣ ਦੀ ਆਗਿਆ ਨਹੀਂ ਹੈ। ਹਰ ਇੱਕ ਨੂੰ ਪ੍ਰਸ਼ਾਦ ਰੀਝ ਨਾਲ ਛਕਾਇਆ ਜਾਏ। ਊਚ ਨੀਚ, ਅਮੀਰ ਗਰੀਬ ਅਤੇ ਰਾਜੇ ਰੰਕ ਦਾ ਖਿਆਲ ਛੱਡ ਕੇ। ਆਨੰਦਪੁਰ ਹੀ ਵਿੱਦਿਆ, ਸਾਹਿਤ ਅਤੇ ਸੰਗੀਤ ਦਾ ਕੇਂਦਰ। ਔਰੰਗਜ਼ੇਬ ਨੇ ਰਾਗ ਦੀ ਮਨਾਹੀ ਤਾਂ 1670 ਈਸਵੀ ਨੂੰ ਕਰ ਦਿੱਤੀ ਸੀ, ਪਰ ਸਭ ਰਾਗੀ ਜਾਣਦੇ ਸਨ ਕਿ ਗੁਰੂ ਘਰ ਵਿੱਚ ਕੀਰਤਨ ਪ੍ਰਧਾਨ ਹੈ। ਗੁਰੂ ਨਾਨਕ ਦੇਵ ਜੀ ਨੇ ਜਦ ਬਲਵੰਡ ਜੀ ਦੀ ਸੌਂਪਣੀ ਗੁਰੂ ਅੰਗਦ ਦੇਵ ਜੀ ਨੂੰ ਕੀਤੀ ਸੀ ਤਾਂ ਫਰਮਾਇਆ ਸੀ, ਬਲਵੰਡ ਨੂੰ ਇਸ ਤਰ੍ਹਾਂ ਰੱਖਣਾ ਜਿਵੇਂ 32 ਦੰਦਾਂ ਵਿੱਚ ਜੀਭ ਰੱਖੀਦੀ ਹੈ। ਬਾਬਕ ਸਿੰਘ ਅਬਦੁੱਲਾ ਅਤੇ ਨੱਥਮੱਲ ਨੇ ਗੁਰੂ ਹਰਗੋਬਿੰਦ ਜੀ ਦੇ ਸਮੇਂ ਬਹੁਤ ਹੀ ਸਨਮਾਨ ਪਾਇਆ ਸੀ। ਸੋ ਜਦ ਰਾਜ ਕੇਂਦਰਾਂ ਵਿੱਚ ਰਾਗ ਸੁਣਨ ਅਤੇ ਗਾਉਣ ਦੀ ਮਨਾਹੀ ਹੋ ਗਈ ਤਾਂ ਸਾਰਿਆਂ ਨੇ ਆਨੰਦਪੁਰ ਵੱਲ ਮੂੰਹ ਕੀਤਾ। ਗੁਰੂ ਗੋਬਿੰਦ ਸਿੰਘ ਜੀ ਕੀਰਤਨ ਨੂੰ ਬਹੁਤ ਉੱਚੀ ਥਾਂ ਦਿੰਦੇ ਸਨ। ਸਾਖੀ ਵੀ ਆਉਂਦੀ ਹੈ ਕਿ ਇੱਕ ਵਾਰੀ ਇੱਕ ਸਿੱਖ ਨੇ ਆ ਕੇ ਸ਼ਿਕਾਇਤ ਕੀਤੀ ਕਿ ਉਹ ਪਿਛਲੀ ਰਾਤ 23ਵੀਂ ਅਸ਼ਟਪਦੀ ਮੁਕਾ ਕੇ ਅਗਲੀ ਸ਼ੁਰੂ ਕਰਨ ਹੀ ਲੱਗਾ ਸੀ ਕਿ ਰਬਾਬੀਆਂ ਦੋਤਾਰਾ ਆਣ ਖੜਕਾਇਆ। ਮੈਂ ਬਹੁਤ ਕਿਹਾ ਕਿ ਭੋਗ ਪਾ ਲੈਣ ਦੇ, ਪਰ ਇਹ ਸ਼ਬਦ ਪੜ੍ਹਨ ਲੱਗ ਪਏ। ਮਹਾਰਾਜ ਨੇ ਕਿਹਾ, ਇਸ ਵਿੱਚ ਰਬਾਬੀਆਂ ਦਾ ਕੋਈ ਦੋਸ਼ ਨਹੀਂ ਬਣਦਾ। ਤੂੰ ਸੰਗਤ ਕਿਉਂ ਚਾਵ ਚਬਾਈ ਦਾ ਸਾਈਂ ਤੇ ਰਬਾਬੀਆਂ ਸੰਗਤ ਕਿਉਂ ਪ੍ਰਸ਼ਾਦੀਆਂ ਲੱਗੇ ਛਕਾਉਣ ਅਤੇ ਸੰਗਤ ਕਿਉਂ ਸ਼ਬਦ ਕਾ ਵਿਚਾਰ ਕਰ ਸੁਣਾਵਦਾ ਹੈ, ਤਬ ਉਹ ਪਰਮ ਪਦ ਕਿਉਂ ਪਾਵਦਾ ਹੈ। ਦਸ਼ਮੇਸ਼ ਪਿਤਾ ਆਪੂ ਮਿਰਦੰਗ ਜੋੜੀ ਸਰੰਦਾ ਬਹੁਤ ਸੋਹਣਾ ਵਜਾਉਂਦੇ ਸਨ। ਰਵਾਲਸਰ ਗੁਰੂ ਜੀ ਦਾ ਸਰੰਦਾ ਅਤੇ ਕਿਰਪਾਨ ਇਕੱਠੇ ਹੀ ਪਏ ਹੋਏ ਹਨ। ਢਾਡੀ ਵੀ ਆਨੰਦਪੁਰ ਆ ਗਏ ਸਨ। ਮੀਰ ਸ਼ਬੀਲ, ਮੀਰ ਮੁਸ਼ਕੀ ਜੋ ਨੱਥਮੱਲ ਦੇ ਪੁੱਤਰ ਸਨ ਵੀ ਉੱਥੇ ਆ ਵਸੇ ਸਨ। ਕੇਸ਼ੋ ਸਿੰਘ, ਦੇਸੂ ਸਿੰਘ ਅਤੇ ਨਰਬਦ ਸਿੰਘ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ। ਜਦ ਫਿਰ 1680 ਨੂੰ ਸੰਸਕ੍ਰਿਤ ਪੜ੍ਹਨ ਪੜ੍ਹਾਉਣ ਦੇ ਸਭ ਕੇਂਦਰਾਂ ਤੇ ਪਾਠਸ਼ਾਲਾਵਾਂ ਦੀ ਸ਼ਰਨ ਲਈ ਉਹਨਾਂ ਦਾ ਪਾਲਣ ਪੋਸ਼ਣ ਅਤੇ ਰੱਖਿਆ ਹੋਣਾ ਆਨੰਦਪੁਰ ਤੋਂ ਬਗੈਰ ਹੋਣੀ ਮੁਸ਼ਕਿਲ ਸੀ। ਇਹ ਸੁਣ ਤੱਕ ਮਹਾਰਾਜ ਨੇ ਅਜਿਹੇ ਹੁਕਮਨਾਮੇ ਵੀ ਭੇਜੇ ਕਿ ਜਿੱਥੇ ਵਿਦਵਾਨ, ਹੁਨਰਮੰਦ, ਚੰਗਾ ਕਾਰੀਗਰ ਦੇਖੋ, ਨਾਲ ਲੈ ਆਓ ਜਾਂ ਰਾਹ ਦਾ ਖਰਚਾ ਦੇ ਕੇ ਭੇਜ ਦਿਓ। ਅਤੇ ਜਦ ਵਿਦਵਾਨ ਆਨੰਦਪੁਰ ਪੁੱਜੇ ਤਾਂ ਸਭ ਦਾ ਖਰਚ ਬੰਨ੍ਹ ਦਿੱਤਾ। ਕਿਤਨਾ ਕੁ ਖਿਆਲ ਰੱਖਦੇ ਸਨ। ਉਸ ਦੀਆਂ ਉਦਾਹਰਨਾਂ ਹਨ ਕਿ ਮਹਾਰਾਜ ਸੁੱਤਿਆਂ ਪਿਆਂ ਵਿਦਵਾਨ ਕਵੀਆਂ ਦੇ ਸਰਾਣਿਆਂ ਹੇਠ ਸੋਨੇ ਦੀਆਂ ਮੋਹਰਾਂ ਰੱਖ ਦਿੰਦੇ ਸਨ ਅਤੇ ਕੀਮਤੀ ਦੁਸ਼ਾਲੇ ਉੱਤੇ ਦੇ ਆਉਂਦੇ ਸਨ। ਗੁਰੂ ਜੀ ਨੇ ਸਭ ਵਿਦਵਾਨਾਂ ਨੂੰ ਆਦਰ ਦਿੱਤਾ। ਪੁਰਾਤਨ ਸਾਹਿਤ ਖੋਜਣ ਅਤੇ ਸੋਧਣ ਲਈ ਵਿਦਵਾਨ ਨਿਯਤ ਕੀਤੇ। ਹਿਰਦੇ ਰਾਮ ਦੇ ਲਿਖੇ ਹਨੂਮਾਨ ਨਾਟਕ ਨੂੰ ਵੀਰ ਰਸ ਸੇ ਭਰੀ ਕਿਹਾ ਅਤੇ ਜੋ 4 ਵਰਕੇ ਫਟੇ ਹੋਏ ਸਨ ਉਹਨਾਂ ਨੂੰ ਲਿਖਣ ਵਾਲੇ ਭਾਈ ਅੰਮ੍ਰਿਤ ਰਾਏ ਨੂੰ ਬੜਾ ਇਨਾਮ ਦਿੱਤਾ। ਲੋਕ ਭਾਸ਼ਾ ਵਿੱਚ ਪ੍ਰਾਚੀਨ ਗ੍ਰੰਥਾਂ ਨੂੰ ਉਲਥਾਉਣ ਲਈ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ। ਜਦ ਸ਼ੀਆਂ ਅਤੇ ਸੂਫੀ ਖਿਆਲਾਂ ਵਾਲੇ ਮੁਸਲਮਾਨਾਂ ਉੱਤੇ ਵੀ ਔਰੰਗਜ਼ੇਬੀ ਅਤਾਬ ਗਿਰਿਆ ਤਾਂ ਉਹ ਆਨੰਦਪੁਰ ਦੀ ਮਹਿਮਾ ਸੁਣ ਕੇ ਉੱਥੇ ਪੁੱਜੇ। ਆਨੰਦਪੁਰ ਵਿੱਦਿਆ ਦਾ ਕੇਂਦਰ ਬਣ ਗਿਆ।
जद गुरु जी पौंटे साहिब आए तां सारे विद्वान उत्थे टिक के आरंभ कीते कंमां नूं आखिरी शक्ल देण लगे। पौंटा साहिब विच 52 प्रसिद्ध विद्वानां दे नाम ਇਹ ਆਏ ਹਨ। उदय राय, अणी राय, अमृत राय, अलू, आसा सिंह, आलिम, ईशरदास, सुखदेव, सुखा सिंह, सुखिया, सुदामा, सैनापत, श्याम, हीर, हुसैन अली, हंसराम, कलू, कुंवर, खानचंद, गुणिया, गुरदास, गोपाल चंद, चंदन जमाल, टहकन, धर्म सिंह, ध्यान सिंह, नानू, निश्चल दास, निहाल चंद, नंद सिंह, नंद लाल, पिंडी दास, बल्लभ, दलू, बिधि चंद, बुलंद, बिरख, बिरजलाल, मथुरा, मदन सिंह, मलनगिरी, तनसुख, ब्राह्मण भाट, माला सिंह, मंगल, राम, रावल, रोशन सिंह, लखा ਅਤੇ ਕੰਗਣ ਕਵੀਆਂ ਤੋਂ ਇਲਾਵਾ ਹੋਰ ਵੀ ਵਿਦਵਾਨ ਸਨ ਜਿਨ੍ਹਾਂ ਬਾਰੇ ਬਾਬਾ ਸੁਮੇਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ। ਇਹਨਾਂ ਵਿਦਵਾਨਾਂ ਵਿੱਚ ਹਰ ਜਾਤੀ ਧਰਮ ਬੋਲੀ ਇਲਾਕੇ ਦੇ ਵਿਦਵਾਨ ਸਨ। ਇਹਨਾਂ ਵਿਦਵਾਨਾਂ ਤੇ ਗੁਰੂ ਮਹਾਰਾਜ ਦੇ ਉਪਰਾਲਿਆਂ ਨਾਲ ਆਨੰਦਪੁਰ ਸਾਹਿਬ ਵਿੱਚ ਇੱਕ ਵੀ ਅਨਪੜ੍ਹ ਨਾ ਰਿਹਾ। ਬਾਲ ਬਿਰਧ ਸਭ ਸੋਧ ਪਠਾਵਾਂ, ਕੋਊ ਅਨਪੜ੍ਹ ਰਹਿਣ ਨਾ ਪਾਵਾਂ। ਵਿਦਵਾਨਾਂ ਤੋਂ ਇਲਾਵਾ 32 ਲਿਖਾਰੀ ਵੀ ਸਨ। ਜੋ ਕੋਈ ਆਨੰਦਪੁਰ ਸਾਹਿਬ ਦਰਸ਼ਨਾਂ ਲਈ ਆਉਂਦਾ ਉਸ ਨੂੰ ਗੁਰਮੁਖੀ ਅੱਖਰ ਸਿਖਲਾ ਕੇ ਹੀ ਭੇਜਦੇ ਅਤੇ ਗੁਰਬਾਣੀ ਕੰਠ ਕਰਵਾਉਣ ਲਈ ਉਚੇਚੇ ਪ੍ਰਬੰਧ ਹੁੰਦੇ। ਮੇਲਿਆਂ ਤੇ ਗੁਟਕੇ ਵੰਡੇ ਜਾਂਦੇ। ਮਹਾਰਾਜ ਜੀ ਕਿਹਾ ਕਰਦੇ ਸਨ, ਜੋ ਪੜ੍ਹ ਲਿਖ ਨਹੀਂ ਸਕਦਾ ਉਹ ਗਰਦਬ ਨਿਆਈ ਹੈ। ਅਛਰ ਕਛੂ ਨਾ ਪੜ੍ਹੇ ਤਿੰਨ ਗਰਦਬ। ਇੱਕ ਵਾਰੀ ਇਹ ਵੀ ਫਰਮਾਇਆ ਸੀ, ਪੜ੍ਹਾਣ ਵਿਖੇ ਗੁਣ ਇਹ ਅਨੇਕ, ਸਦਾ ਗੁਣ ਪ੍ਰਾਪਤ ਆਦ ਵਿਵੇਕ, ਅਤੇ ਜਾਂ ਘਰ ਵਿਦਿਆ ਆਵਤ ਹੈ ਤਿੰਨ ਸਭ ਕੁਛ ਲੇਹਾ। ਭਾਈ ਨੰਦ ਲਾਲ ਜੀ ਦਾ ਆਉਣਾ। ਮਹਾਨ ਕੋਸ਼ ਦੇ ਲਿਖਾਰੀ ਦਾ ਕਹਿਣਾ ਹੈ ਕਿ 1682 ਈਸਵੀ ਨੂੰ ਭਾਈ ਨੰਦ ਲਾਲ ਜੀ ਮੁਲਤਾਨ ਤੋਂ ਤੁਰ ਕੇ ਅੰਮ੍ਰਿਤਸਰ ਦਰਸ਼ਨ ਕਰਦੇ ਹੋਏ ਕਲਗੀਧਰ ਦੀ ਸੇਵਾ ਵਿੱਚ ਆਨੰਦਪੁਰ ਪੁੱਜੇ। ਉਹਨਾਂ ਆਉਂਦਿਆਂ ਹੀ ਗੁਰੂ ਚਰਨਾਂ ਤੇ ਬੰਦਗੀਨਾਮਾ ਪੁਸਤਕ ਭੇਟ ਕੀਤੀ ਅਤੇ ਦਸ਼ਮੇਸ਼ ਪਿਤਾ ਨੇ ਪੜ੍ਹ ਕੇ ਸੁਣਾਉਣ ਲਈ ਕਿਹਾ। ਭਾਈ ਜੀ ਨੇ ਖੜੇ ਹੋ ਕੇ ਸਾਰੀ ਪੁਸਤਕ ਪੜ੍ਹੀ। ਗੁਰੂ ਜੀ ਨੇ ਆਪਣੀ ਪਾਵਨ ਕਲਮ ਨਾਲ ਪੁਸਤਕ ਦੇ ਅੰਤ ਵਿੱਚ ਲਿਖਿਆ, ਆ ਬੋਹੈਵਾਂ ਪਰ ਸ਼ੁਦਾ ਚੂ ਜਾਮੂ ਜ਼ਿੰਦਗੀ ਨਾਮਾ ਸ਼ੁਦਾ ਜਾਂ ਨਾਮੂ। ਭਾਵ ਅੰਮ੍ਰਿਤ ਨਾਲ ਜਿਸ ਦਾ ਜਾਮ ਭਰ ਗਿਆ ਉਸ ਦਾ ਨਾਂ ਜ਼ਿੰਦਗੀ ਨਾਮਾ ਹੋ ਗਿਆ। ਗੁਰੂ ਜੀ ਦੀਆਂ ਸਾਖੀਆਂ ਅਨੁਸਾਰ ਸਤਿਗੁਰ ਬੰਦਗੀ ਨਾਮਾ ਵਾਚ ਨੰਦ ਲਾਲ ਤੇ ਬੜੇ ਬਿਕਸੇ। बचन हुआ, नंदलाल तेरी रचना मन को मोहने वाली है अते जिंदगी को नए सिरे ताज़ा करने वाली है। इसका नाम बंदगी नामा से जिंदगी नामा रखते हैं। यह वार भी दिता कि जो भी यह रचना प्रेम अते विचारना पड़ेगा उसका जन्म सफल होवेगा। यह गल ठीक है कि बंदगी विच ही जिंदगी है, बंदगी रहत जीवन गंदगी है, होर कुछ नहीं। एक वारी फिर जद होली दे समय भाई जी ने कुछ शेर पढ़े तो गुरु जी ने कहा सी, तेरी रचना रूह को ताज़ा करने वाली है। इंज लगता है कि पहली बार भाई जी बहुती देर आनंदपुर नहीं ठहरे अते मुअज्जम कोल आगरे चले गए अते उत्थों दखण अपनी विदवता सदका मुअज्जम दे मीर मुंशी बन गए। दखण विच एक वारी उन्हां कुरान दी आयत दे इतने अनूठे अर्थ कीते कि औरंगजेब नूं हैरानी हुई। उसने दिल दी गल आख दित्ती कि ऐसे विद्वान नूं तां इस्लाम दे दायरे विच होना चाहिदा है। औरंगजेब ने कहा सी, यह तो हिंदू है मतवंता है, अनीत मुझ नहीं सुहंदा। आप जी उतों चल के फिर 1688 ईस्वी नूं आनंदपुर आ गए ते दशमेश पिता दे आनंदपुर छड्डण तक आनंदपुर ही रहे। 5 मार्च 1688 नूं औरंगजेब ने बहादुर शाह नूं उसदे 4 पुत्रां समेत गिरफ्तार कर लिया सी। बहादुर शाह जानदा सी कि पिता अगे जरा भी चूं कीती तां जान तो हथ धोने पैणगे। चुप कटी करनी ही ठीक नीति सी। गुरु शोभा दी गवाही है कि जद बहादुर शाह कैद विच सी तां उसने कई फकीर पीर अते औलीए मनाए। भाई नंद लाल जी जो आनंदपुर पुज गए सन ने गुरु पातशाह नूं बहादुर शाह दे खुले सुभाਅ दी उपमा कीती ਅਤੇ ਉਸ ਲਈ ਅਰਦਾਸ ਕਰਨ ਲਈ ਵੀ ਕਿਹਾ। ਮਹਾਰਾਜ ਨੇ ਨਾ ਸਿਰਫ ਉਸ ਦੀ ਰਿਹਾਈ ਲਈ ਅਰਦਾਸ ਕੀਤੀ ਸਗੋਂ ਬਖਸ਼ਿਸ਼ਾਂ ਦੇ ਦਰ ਆ ਕੇ ਫਰਮਾਇਆ ਕਿ ਬਾਪ ਦੀ
ਗੱਦੀ ਤੇ ਬੈਠੇਗਾ। ਮਾਰਚ 1995 ਨੂੰ ਔਰੰਗਜ਼ੇਬ ਨੇ 7 ਸਾਲਾਂ ਉਪਰੰਤ ਬਹਾਦਰ ਸ਼ਾਹ ਨੂੰ ਰਿਹਾ ਕਰ ਦਿੱਤਾ। ਉਸ ਨੇ ਰਿਹਾ ਹੁੰਦੇ ਹੀ ਗੁਰੂ ਗੋਬਿੰਦ ਸਿੰਘ ਨੂੰ ਕਈ ਕੀਮਤੀ ਭੇਟਾਵਾਂ ਭੇਜੀਆਂ। ਗੁਰੂ ਸ਼ੋਭਾ ਵਾਲੇ ਬਾਰੇ ਇਹ ਵੀ ਲਿਖਿਆ ਹੈ ਕਿ ਗੁਰੂ ਜੀ ਅਤੇ ਸ਼ਹਿਜ਼ਾਦੇ ਵਿਚਾਲੇ ਬਕਾਇਦਾ ਚਿੱਠੀ ਪੱਤਰ ਵੀ ਆਰੰਭ ਹੋ ਗਿਆ। 24 ਮਈ 1695 ਨੂੰ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਆਗਰੇ ਦਾ ਗਵਰਨਰ ਬਣਾ ਕੇ ਉੱਤਰੀ ਹਿੰਦੁਸਤਾਨ ਭੇਜ ਦਿੱਤਾ। 1 ਸਾਲ ਦੇ ਕਰੀਬ ਉਸ ਆਗਰੇ ਦੇ ਪ੍ਰਬੰਧ ਨੂੰ ਸੰਭਾਲਿਆ ਅਤੇ 24 ਜੁਲਾਈ 1695 ਨੂੰ ਮੁਲਤਾਨ, ਉੱਚ, ਲਾਹੌਰ ਅਤੇ ਕਾਬਲ ਦਾ ਗਵਰਨਰ ਥਾਪ ਦਿੱਤਾ ਗਿਆ। 3 ਸਾਲ ਉਸਨੇ ਪਹਾੜੀ ਰਾਜਿਆਂ ਨੂੰ ਈਨ ਮਨਾਉਣ ਲਈ ਅਤੇ ਕਰ ਵਸੂਲ ਕਰਨ ਵਿੱਚ ਲਗਾਏ। ਗੁਰੂ ਗੋਬਿੰਦ ਸਿੰਘ ਜੀ ਨੇ ਬਚੇਤਰ ਨਾਟਕ ਵਿੱਚ ਲਿਖਿਆ ਹੈ ਕਿ ਸ਼ਹਿਜ਼ਾਦਾ ਮੁਅੱਜ਼ਮ ਆਪਣੇ ਬਾਪ ਦੇ ਕਹਿਣ ਤੇ ਹੀ ਪੰਜਾਬ ਆਇਆ ਸੀ। ਪਹਾੜੀ ਰਾਜਿਆਂ ਜਦ ਕਰ ਨਾ ਪਹੁੰਚਾਉਣ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਤੇ ਪਾਉਣੀ ਚਾਹੀ ਤਾਂ ਉਸ ਨੇ ਸੁਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਭਾਈ ਨੰਦ ਲਾਲ ਜੀ ਨੇ ਆਪੂ ਬਹਾਦਰ ਸ਼ਾਹ ਨੂੰ ਮਿਲ ਕੇ ਪਾਏ ਹੋਏ ਭੁਲੇਖੇ ਨੂੰ ਦੂਰ ਕੀਤਾ। ਔਰੰਗਜ਼ੇਬ ਦੀ ਮ੍ਰਿਤੂ ਵੇਲੇ ਜਦ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਤਖ਼ਤ ਪ੍ਰਾਪਤੀ ਲਈ ਇਮਦਾਦ ਮੰਗੀ ਤਾਂ ਵੀ ਉਸਨੇ ਭਾਈ ਨੰਦ ਲਾਲ ਜੀ ਨੂੰ ਉਚੇਚਾ ਮੁਲਤਾਨ ਤੋਂ ਬੁਲਵਾਇਆ। ਤਖ਼ਤ ਸੰਭਾਲਦੇ ਸਾਰ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਵਜ਼ੀਰ ਦੀ ਪਦਵੀ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦਾ ਆਦਰ ਅਤੇ ਸਤਿਕਾਰ 60,000 ਦੀ ਜੜਾਊ ਤੁਖਤੁਖੀ, ਕਲਗੀ, ਸਿਰੋਪਾਓ, ਨਗਾਰਾ ਅਤੇ ਸਰਾਈ ਪਰਦਾ ਦੇ ਕੇ ਕੀਤਾ। ਨਾਲ ਹੀ ਧਾਰਮਿਕ ਆਗੂ ਹੋਣ ਦੀ ਹੈਸੀਅਤ ਵਿੱਚ ਸਾਰੀਆਂ ਵਸਤੂਆਂ ਉਸਨੇ ਮਹਾਰਾਜ ਦੇ ਕੈਂਪ ਵਿੱਚ ਪਹੁੰਚਾ ਦਿੱਤੀਆਂ। ਉਂਝ ਰਾਜ ਦਰਬਾਰ ਦੀ ਮਿੱਥੀ ਮਰਿਆਦਾ ਅਨੁਸਾਰ ਸਿਰੋਪਾਓ ਬਾਦਸ਼ਾਹ ਦੇ ਸਾਹਮਣੇ ਪਹਿਨਣਾ ਪੈਂਦਾ ਸੀ। ਢਾਡੀ ਨਾਥ ਮੱਲ ਨੇ ਆਪਣੀ ਸਮਕਾਲੀ ਰਚਨਾ ਅਮਰਨਾਮਾ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਨੰਦੇੜ ਵਿਖੇ ਭਾਈ ਨੰਦ ਲਾਲ ਜੀ ਬਹਾਦਰ ਸ਼ਾਹ ਦੇ ਨਾਲ ਹੀ ਸਨ। ਭਾਵ ਨੰਦ ਲਾਲ ਬਾਦਸ਼ਾਹ ਦੇ ਵਜ਼ੀਰਾਂ ਵਿੱਚੋਂ ਸੀ ਅਤੇ ਉਹ ਵੱਡੇ ਕਮਾਲ ਵਾਲੇ ਬਾਦਸ਼ਾਹ ਦੇ ਸਫ਼ਰ ਦਾ ਸੰਗੀ ਸੀ। ਜਦ ਬਹਾਦਰ ਸ਼ਾਹ ਪੰਜਾਬ ਆਇਆ ਤਾਂ ਉਹ ਨਾਲ ਹੀ ਸਨ ਅਤੇ ਉਸ ਦੀ ਲਾਹੌਰ ਮੌਤ ਹੋ ਜਾਣ ਨਾਲ ਆਪ ਜੀ ਮੁਲਤਾਨ ਚਲੇ ਗਏ ਅਤੇ ਉੱਥੇ ਹੀ 1713 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਭਾਈ ਨੰਦ ਲਾਲ ਦਾ ਜਨਮ 1633 ਈਸਵੀ ਨੂੰ ਮੁਨਸ਼ੀ ਛੱਜੂ ਰਾਮ ਦੇ ਘਰ ਗਜਨੀ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾਰਾ ਸ਼ਿਕੋਹ ਨਾਲ ਕਾਬਲ ਗਏ ਸਨ। ਮੁਨਸ਼ੀ ਛੱਜੂ ਰਾਮ ਜੀ ਦੀ ਕੋਈ ਔਲਾਦ ਬਚਪਨ ਤੋਂ ਅਗੇਰੇ ਨਹੀਂ ਟੱਪਦੀ ਸੀ, ਇਸ ਲਈ ਆਰੰਭ ਦੇ ਸਾਲ ਚਿੰਤਾ ਅਤੇ ਝੋਰਿਆਂ ਵਿੱਚ ਹੀ ਗੁਜ਼ਰੇ। ਪਰਮਾਤਮਾ ਦੀ ਮਿਹਰ ਸਦਕਾ ਉਹ ਸਾਲ ਲੰਘ ਗਿਆ ਜਿਸ ਨਾਲ ਆਮ ਤੌਰ ਤੇ ਮੁਨਸ਼ੀ ਜੀ ਦੇ ਬੱਚੇ ਗੁਜ਼ਰ ਜਾਂਦੇ ਸਨ। ਹੁਣ ਉਹਨਾਂ ਉਚੇਚ ਨਾਲ ਬਾਲ ਦੀ ਵਿੱਦਿਆ ਦਾ ਪ੍ਰਬੰਧ ਕੀਤਾ। ਗਜਨੀ ਸਮੇਂ ਦੀ ਪ੍ਰਸਿੱਧ ਦਰਗਾਹ ਵੀ ਸੀ, ਫਿਰ ਵੀ ਉਹਨਾਂ ਉਚੇਚੇ ਤੌਰ ਤੇ ਅਰਬੀ ਅਤੇ ਫਾਰਸੀ ਦੇ ਮਾਹਿਰ ਪੜ੍ਹਾਈ ਤੇ ਲਗਾ ਦਿੱਤੇ। ਸਾਲਾਂ ਵਿੱਚ ਹੀ ਉਹਨਾਂ ਵਿੱਦਿਆ ਵਿੱਚ ਕਮਾਲ ਹਾਸਿਲ ਕਰ ਲਿਆ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਅਫਗਾਨਿਸਤਾਨ ਵਿੱਚ ਥਾਂ-ਥਾਂ ਸੰਗਤਾਂ ਬਣ ਗਈਆਂ ਸਨ। ਗਜਨੀ ਵਿੱਚ ਵੀ ਧਰਮਸ਼ਾਲਾਵਾਂ ਕਾਇਮ ਹੋ ਚੁੱਕੀਆਂ ਸਨ ਅਤੇ ਸਿੱਖ ਸੰਗਤਾਂ ਰੋਜ਼ ਇਕੱਠੀਆਂ ਹੋ ਕੇ ਸ਼ਬਦ ਕੀਰਤਨ ਕਰਦੀਆਂ ਸਨ। ਗੁਰਮਤਿ ਦੀਆਂ ਵਿਚਾਰਾਂ ਵੀ ਹੁੰਦੀਆਂ ਸਨ। ਮੁਹਸਨ ਫਾਨੀ ਨੇ ਕਈ ਇੱਕ ਸਿਰੜੀ ਸਿੱਖਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਇੱਕ ਸਿੱਖ ਸਾਧ ਬਾਰੇ ਲਿਖਿਆ ਹੈ ਕਿ ਜਦ ਉਹ ਗੁਰੂ ਜੀ ਲਈ ਘੋੜੇ ਖਰੀਦਣ ਲਈ ਟੁਰ ਪਿਆ ਤਾਂ ਪਿੱਛੋਂ ਖਬਰ ਪੁੱਜੀ ਕਿ ਉਸ ਦਾ ਪੁੱਤਰ ਸਖਤ ਬਿਮਾਰ ਹੈ, ਇਸ ਲਈ ਵਾਪਸ ਮੁੜ ਜਾਏ। ਤਾਂ ਉਸਨੇ ਉੱਤਰ ਦਿੱਤਾ ਕਿ ਮੈਂ ਗੁਰੂ ਦੀ ਆਗਿਆ ਮੰਨ ਟੁਰ ਪਿਆ ਹਾਂ, ਮੈਂ ਪਿੱਛੇ ਨਹੀਂ ਮੁੜ ਸਕਦਾ। ਘਰ ਲੱਕੜੀਆਂ ਬਹੁਤ ਹਨ, ਸੋ ਲੜਕੇ ਦੀ ਮੌਤ ਹੋਣ ਦੀ ਸੂਰਤ ਵਿੱਚ ਉਸ ਦਾ ਦਾਹ ਸੰਸਕਾਰ ਕਰ ਦੇਣਾ। ਸਿੱਖਾਂ ਵਿੱਚ ਦ੍ਰਿੜਤਾ ਸਿਖਰਾਂ ਦੀ ਆ ਗਈ ਸੀ। ਨੰਦ ਲਾਲ ਜੀ ਤੇ ਵੀ ਸਿੱਖੀ ਦਾ ਪ੍ਰਭਾਵ ਪੈ ਰਿਹਾ ਸੀ। ਦੀਵਾਨ ਛੱਜੂ ਮੱਲ ਆਪੂ ਰਾਮਾਨੰਦੀ ਵੈਸ਼ਨੋ ਬੈਰਾਗੀਆਂ ਦਾ ਚੇਲਾ ਸੀ। ਜਦ ਬੈਰਾਗੀਆਂ ਵਾਲੀ ਕੰਠੀ ਪਾਉਣ ਲਈ ਗੁਰੂ ਆਏ ਤਾਂ ਭਾਈ ਜੀ ਨੇ ਕੰਠੀ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਅਜਿਹੀ ਮਾਲਾ ਪਹਿਨਾਈ ਜਾਵੇ ਜਿਹੜੀ ਕਦੇ ਨਾ ਟੁੱਟੇ ਅਤੇ ਜੀਵਨ ਦਾ ਸੁੱਖ ਲਿਆਉਣ ਲਈ ਹੋਵੇ। ਭਾਈ ਜੀ ਦਾ ਐਸਾ ਕਹਿਣਾ ਗੁਰੂ ਨਾਨਕ ਦੇਵ ਜੀ ਦੇ ਪੂਰਨੇ ਤੇ ਹੀ ਟੁਰਨਾ ਸੀ। ਜਿਨ੍ਹਾਂ ਪੰਡਿਤ ਹਰਦਿਆਲ ਨੂੰ ਸਾਫ਼ ਆਖ ਦਿੱਤਾ ਸੀ ਕਿ ਉਸ ਦਾ ਜੰਝੂ ਜੀ ਦਾ ਨਹੀਂ ਹੈ। ਦੀਵਾਨ ਛੱਜੂ ਮੱਲ ਦੀ ਮ੍ਰਿਤੂ 1653 ਈਸਵੀ ਨੂੰ ਹੋ ਗਈ ਸੀ ਅਤੇ ਦੂਰ ਪ੍ਰਦੇਸ਼ਾਂ ਵਿੱਚ ਭਾਈ ਜੀ ਲਵਾਰਿਸ ਹੋ ਗਏ। ਆਪ ਜੀ ਦੇ 2 ਛੋਟੇ ਭਰਾ ਵੀ ਸਨ ਜਿਨ੍ਹਾਂ ਦੀ ਜ਼ਿੰਮੇਵਾਰੀ ਆਪ ਤੇ ਸੀ, ਸੋ ਆਪ ਜੀ ਨੇ ਗਜਨੀ ਰਹਿਣਾ ਉਚਿਤ ਨਾ ਸਮਝਿਆ ਅਤੇ ਹਿੰਦੁਸਤਾਨ ਮੁੜ ਆਏ ਅਤੇ ਟਿਕਾਣਾ ਮੁਲਤਾਨ ਕੀਤਾ। ਮੁਲਤਾਨ ਚਿਰ ਤੋਂ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ। ਇਸ ਨੂੰ ਪਹਿਰਲਾਦਪੁਰੀ ਵੀ ਕਿਹਾ ਜਾਂਦਾ ਸੀ। ਪੀਰਪੁਰ ਮੁਲਤਾਨ ਵੀ ਆਖਿਆ ਜਾਂਦਾ ਸੀ। ਇਸ ਦੀ ਪ੍ਰਸਿੱਧੀ ਨਿਰੀ ਧਾਰਮਿਕ ਅਤੇ ਰਾਜਨੀਤਿਕ ਪੱਖੋਂ ਨਹੀਂ ਸੀ, ਸਗੋਂ ਤੇ ਰਾਜਤੀ ਸ਼ਹਿਰ ਕਰਕੇ ਵੀ ਸੀ।
ਅਫਗਾਨਿਸਤਾਨ, ਈਰਾਨ, ਬਲੋਚਿਸਤਾਨ ਅਤੇ ਹਿੰਦੁਸਤਾਨ ਦਾ ਇੱਕ ਵੱਡਾ ਤਿਜਾਰਤੀ ਕੇਂਦਰ ਬਣ ਚੁੱਕਾ ਸੀ। ਵੱਡੇ ਵੱਡੇ ਵਪਾਰੀਆਂ ਦਾ ਇੱਕ ਉੱਚ ਟਿਕਾਣਾ ਸੀ, ਸੋ ਆਪ ਜੀ ਨੇ ਉੱਥੇ ਹੀ ਟਿਕਣ ਦਾ ਮਨ ਬਣਾ ਲਿਆ। ਦਿੱਲੀ ਦਰਵਾਜ਼ੇ ਬਾਹਰ ਕੁਝ ਅਮੀਰ ਖੱਤਰੀਆਂ ਦੇ ਘਰ ਸਨ। ਆਪ ਜੀ ਨੇ ਵੀ ਉੱਥੇ ਹੀ ਮਕਾਨ ਲੈ ਲਿਆ। ਹੌਲੀ ਹੌਲੀ ਇੱਕ ਵੱਡਾ ਮੁਹੱਲਾ ਬਣ ਗਿਆ। ਅਫਗਾਨ ਨੌਕਰ ਆਪ ਜੀ ਨੂੰ ਆਗਾ ਕਹਿ ਕੇ ਸਤਿਕਾਰ ਦਿੰਦੇ ਸਨ, ਇਸ ਲਈ ਆਪ ਜੀ ਨੂੰ ਸਾਰੇ ਹੀ ਆਗਾ ਕਹਿ ਕੇ ਬੁਲਾਉਣ ਲੱਗ ਪਏ। ਮੁਹੱਲੇ ਦਾ ਨਾਂ ਵੀ ਆਗਾਪੁਰਾ ਪੈ ਗਿਆ। ਜਦ ਆਪ ਜੀ ਦੀ ਲਿਆਕਤ ਅਤੇ ਇਮਾਨਦਾਰੀ ਦੀਆਂ ਛੋਹਾਂ ਫੈਲੀਆਂ ਤਾਂ ਮੁਲਤਾਨ ਦੇ ਹਾਕਮ ਨਵਾਬ ਵਸਾਬ ਖਾਨ ਦੇ ਦਫ਼ਤਰ ਵਿੱਚ ਮੁਨਸ਼ੀ ਦੇ ਅਹੁਦੇ 'ਤੇ ਨਿਯੁਕਤ ਹੋਏ। ਆਪ ਜੀ ਛੇਤੀ ਹੀ ਮੀਰ ਮੁਨਸ਼ੀ ਬਣ ਗਏ। ਪਿੱਛੋਂ ਆਪ ਜੀ ਭੱਕਰ ਦੇ ਕਿਲੇਦਾਰ ਅਤੇ ਫੌਜਦਾਰ ਵੀ ਬਣਾ ਦਿੱਤੇ ਗਏ। ਇਤਨਾ ਸੁੰਦਰ ਇੰਤਜ਼ਾਮ ਕੀਤਾ ਕਿ ਆਪ ਜੀ ਨੂੰ ਦੀਨਾ, ਕਹਿਰੋੜ, ਫਤਿਹਪੁਰ ਅਤੇ ਪਰਗਣਾ ਮਈਉਦੀਨਪੁਰ ਦਾ ਨਿਜ਼ਾਮ ਨਿਯਤ ਕਰ ਦਿੱਤਾ ਗਿਆ। ਆਪ ਜੀ ਨੂੰ ਫਿਰ ਮੁਲਤਾਨ ਦੀ ਨਾਇਬ ਸੂਬੇਦਾਰੀ ਵੀ ਦਿੱਤੀ ਗਈ। ਦਸਤੂਰੁਲ ਇਨਸ਼ਾ ਅਨੁਸਾਰ ਆਪ ਜੀ ਇੱਕ ਸੁਚੱਜੇ ਜਰਨੈਲ ਵੀ ਸੀ। ਦਰਰਾ ਸੁਲਤਾਨ ਸਰਵਰ ਦੇ ਆਲੇ ਦੁਆਲੇ ਦੀਆਂ ਪਹਾੜੀਆਂ ਵਿੱਚ ਸ਼ਾਹੂ ਨਾਮੀ ਇੱਕ ਡਾਕੂ ਨੇ ਆਪਣੀ ਫੌਜ ਜਮ੍ਹਾਂ ਕਰ ਰੱਖੀ ਸੀ ਅਤੇ ਉਸਨੇ ਆਪਣਾ ਇੱਕ ਕਿਸਮ ਦਾ ਰਾਜ ਬਣਾਇਆ ਹੋਇਆ ਸੀ। ਭਾਈ ਨੰਦ ਲਾਲ ਜੀ ਫੌਜਾਂ ਦੀ ਅਗਵਾਈ ਕਰਕੇ ਉਸਦੇ ਟਾਕਰੇ ਲਈ ਪੁੱਜੇ। ਆਪ ਜੀ ਨੇ ਇਸ ਵਿਉਂਤ ਨਾਲ ਜੰਗ ਲੜੀ ਕਿ ਸ਼ਾਹੂ ਹਾਰ ਖਾ ਗਿਆ ਅਤੇ ਉਸਦੇ 3000 ਸਾਥੀ ਰਣ ਵਿੱਚ ਹੀ ਮਾਰੇ ਗਏ। ਆਪ ਜੀ ਨੇ ਸਾਰੇ ਇਲਾਕਾ ਵਾਸੀਆਂ ਕੋਲੋਂ ਲਿਖਤੀ ਈਨ ਮੰਗਵਾਈ। ਦੂਜੇ ਦੇਸ਼ਾਂ ਤੋਂ ਆਉਣ ਵਾਲੇ ਕਾਫਲਿਆਂ ਦੇ ਰਾਹਾਂ ਵਿੱਚ ਹੁਣ ਕੋਈ ਰੁਕਾਵਟ ਪਾਉਣ ਵਾਲਾ ਨਹੀਂ ਸੀ। ਇਸ ਤਰ੍ਹਾਂ ਦੂਜੇ ਮੁਲਕਾਂ ਨਾਲ ਚੰਗੇ ਤਿਜਾਰਤੀ ਸਬੰਧ ਕਾਇਮ ਹੋ ਗਏ। ਔਰੰਗਜ਼ੇਬ ਦੇ ਪੁੱਤਰ ਸ਼ਹਿਜ਼ਾਦਾ ਮੁਹੰਮਦ ਅਕਬਰ ਦਾ ਉਹਨਾਂ ਨੂੰ 1 ਸਾਲ ਪਾਸ ਰੱਖਣ ਦੀ ਵੀ ਗਵਾਹੀ ਹੈ। ਆਪ ਜੀ ਨੇ ਕੋਸ਼ਿਸ਼ ਕੀਤੀ ਕਿ ਮੀਰ ਮੁਨਸ਼ੀ ਵਾਲੀ ਪਿਤਾ ਜੀ ਦੀ ਪਦਵੀ ਮਿਲ ਜਾਏ, ਪਰ ਕਾਮਯਾਬ ਨਾ ਹੋਏ। ਆਪ ਜੀ ਨੇ ਮੁਲਤਾਨ ਵਿਖੇ ਹੀ ਗੁਰਮਤਿ ਅਧਿਐਨ ਆਰੰਭ ਕਰ ਦਿੱਤਾ ਸੀ। ਭਾਈ ਕਾਹਨ ਸਿੰਘ ਜੀ ਦਾ ਕਥਨ ਹੈ ਕਿ ਮੁਲਤਾਨ ਹੀ ਸਿੱਖ ਘਰ ਦੀ ਪੁੱਤਰੀ ਨਾਲ ਭਾਈ ਜੀ ਦੀ ਸ਼ਾਦੀ ਹੋਈ। ਉੱਥੋਂ ਗੁਰਸਿੱਖੀ ਦੀ ਪ੍ਰੀਤ ਹੋਰ ਵਧੀ। ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਤੜਪ ਵਧੀ ਅਤੇ ਆਪ ਜੀ ਅੰਮ੍ਰਿਤਸਰ ਤੋਂ ਅਨੰਦਪੁਰ ਆਏ। ਜਦ ਆਪ ਜੀ ਫਿਰ ਅਨੰਦਪੁਰ ਆਏ ਤਾਂ ਆਪ ਜੀ ਨੇ ਲੰਗਰ ਦੀ ਸੇਵਾ ਸੰਭਾਲੀ। ਅਨੰਦਪੁਰ ਵਿੱਚ ਜਿਵੇਂ ਲੰਗਰ ਦਾ ਪ੍ਰਬੰਧ ਚਲਾਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਕ ਵਾਰੀ ਗੁਰੂ ਦਰਬਾਰ ਵਿੱਚ ਜਦ ਹਰ ਕਿਸੇ ਨੇ ਆਪਣੇ ਆਪਣੇ ਲੰਗਰ ਦੀ ਸਿਫਤ ਕੀਤੀ ਤਾਂ ਦਸ਼ਮੇਸ਼ ਪਿਤਾ ਜੀ ਨੇ ਆਪੂ ਭੇਸ ਬਦਲ ਕੇ ਪਰਖ ਕੀਤੀ ਤਾਂ ਸਿਰਫ ਭਾਈ ਨੰਦ ਲਾਲ ਜੀ ਦਾ ਇੱਕ ਐਸਾ ਲੰਗਰ ਡਿੱਠਾ ਜਿੱਥੇ ਬਿਨਾਂ ਵਿਤਕਰੇ ਦੇ ਊਚ ਨੀਚ, ਰਾਜਾ ਰੰਕ ਅਤੇ ਅਭਿਆਗਤ ਦੀ ਹਰ ਸਮੇਂ ਸੇਵਾ ਸੰਭਾਲ ਹੁੰਦੀ ਸੀ। ਬਖਸ਼ਿਸ਼ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਸਮਝਾਇਆ ਸੀ, ਲੋੜਵੰਦ ਨੂੰ ਨਾ ਨਹੀਂ ਕਰਨੀ। ਜੋ ਸਰੇ ਹਾਜ਼ਰ ਕਰ ਦਿੱਤਾ, ਲੋੜਵੰਦ ਦੀ ਲੋੜ ਨੂੰ ਲੋੜਵੰਦ ਵਾਂਗ ਨਾ ਸਹਿ ਸਕਣਾ ਆਤਮ ਦ੍ਰਵਤਾ ਦਾ ਚਿੰਨ੍ਹ ਹੈ। ਫਿਰ ਫਰਮਾਇਆ, ਨੰਦ ਲਾਲ ਤੋਂ ਹਮਰੋ ਦਾਤਾ, ਭਗਤ ਭਾਵ ਸੰਤਨ ਮਨ ਰਾਤਾ, ਸ਼ੂਦਤ ਨਾ ਦੇਖ ਸਕੇ ਚਿੱਤ ਭਾਰੋ, ਦੇਗ ਕਰਤ ਮਮ ਸੋਏ ਪਿਆਰੋ। ਇਹ ਵੀ ਫਰਮਾਇਆ, ਭਾਈ ਜੀ ਗੁਰਮੁਖ ਹਨ, ਇਹਨਾਂ ਦੀ ਰਚਨਾ ਤੇ ਕਲਮ ਭੈ ਸਾਗਰ ਤੋਂ ਪਾਰ ਕਰਨ ਲਈ ਚੱਪੂ ਨਿਆਈ ਹੈ। ਕਿਤਨੀ ਨਿਰਮਤਾ ਸੀ ਭਾਈ ਸਾਹਿਬ ਵਿੱਚ ਕਿ ਆਪਣੇ ਆਪ ਨੂੰ ਰੇਜਾ ਚੀਨੀ ਖਾਨ ਗਿਣਦੇ ਸਨ ਅਤੇ ਸਦਾ ਕਹਿੰਦੇ ਸਨ, ਵਸ ਲੱਗਦੇ ਦਾਸ ਬਣ ਸਾਹਿਬ ਨਾ ਬਣ। ਕਿਸ ਸਾਦਗੀ ਨਾਲ ਪ੍ਰਭੂ ਦੇ ਦੀਦਾਰ ਦਾ ਰਾਹ ਦਰਸਾਉਂਦੇ ਹਨ ਕਿ ਸਵੇਰ ਦੀ ਨੀਂਦ ਹਰਾਮ ਕਰਤਾ ਦੇਖੇਗਾ ਕਿ ਵਾਹਿਗੁਰੂ ਵੀ ਘੁੰਡ ਉਤਾਰ ਪ੍ਰਤੱਖ ਦਰਸ਼ਨ ਦਿੰਦਾ ਹੈ। ਬੇਦਾਰੀ ਅਸਤ ਜ਼ਿੰਦਗੀ ਏ ਸ਼ੌਂਕ, ਗੋਇਆ ਹਰਾਮ ਕਰਦਮ ਅਜ ਆਇਂਦਾ ਖਾਬ ਸੁਬਹਾ। ਗੁਰੂ ਗੋਬਿੰਦ ਸਿੰਘ ਜੀ ਨੰਦ ਲਾਲ ਜੀ ਨੂੰ ਭਾਈ ਸਾਹਿਬ ਆਖ ਕੇ ਸੰਬੋਧਨ ਕਰਦੇ ਸਨ ਅਤੇ ਉਹਨਾਂ ਦੀਆਂ ਰਚਨਾਵਾਂ ਦੀ ਕਥਾ ਆਮ ਤੌਰ 'ਤੇ ਦਰਬਾਰ ਵਿਖੇ ਹੁੰਦੀ ਸੀ। ਜਿਵੇਂ ਗੁਰੂ ਹਰਗੋਬਿੰਦ ਜੀ ਦੇ ਸਮੇਂ ਭਾਈ ਗੁਰਦਾਸ ਜੀ ਦੇ ਜਿੰਮੇ ਸੀ ਕਿ ਸੰਗਤਾਂ ਦੇ ਸ਼ੰਕੇ ਅਤੇ ਭੁਲੇਖੇ ਦੂਰ ਕਰਨ, ਇਵੇਂ ਹੀ ਦਸ਼ਮੇਸ਼ ਦੇ ਦਰਬਾਰ ਵਿੱਚ ਸੰਗਤਾਂ ਦੇ ਸੰਸ਼ੇ ਦੂਰ ਕਰਨ ਲਈ ਆਪ ਜੀ ਨੂੰ ਹੀ ਕਿਹਾ ਜਾਂਦਾ ਸੀ। ਆਪ ਜੀ ਦੀ ਬਹੁਤੀ ਰਚਨਾ ਫਾਰਸੀ ਵਿੱਚ ਹੈ। ਪ੍ਰਸਿੱਧ ਰਚਨਾਵਾਂ ਜ਼ਿੰਦਗੀਨਾਮਾ, ਗਜ਼ਲੀਆਤ, ਦੀਵਾਨ ਗੋਇਆ, ਤੌਸੀਫ ਓ ਸਨਾ ਅਤੇ ਖਾਤਿਮਾ ਗੰਜਨਾਮਾ। ਜੋਤ ਬਿਗਾਸ ਫਾਰਸੀ ਅਤੇ ਪੰਜਾਬੀ, ਰਹਿਤਨਾਮਾ ਅਤੇ ਤਨਖਾਹਨਾਮਾ, ਦਸਤੂਰਲ ਇਨਸ਼ਾ ਅਰਜੁਲ ਅਲਫਾਜ਼ ਹਨ। ਆਨੰਦ ਕਾਰਜ। ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਜਦ 18 ਸਾਲਾਂ ਦੀ ਹੋਈ ਤਾਂ ਆਪ ਜੀ ਦੀ ਨੁਹਾਰ ਦੇਖਣ ਵਾਲੀ ਸੀ। ਆਪ ਜੀ ਦਰਮਿਆਨੇ ਕੱਦ ਦੇ, ਪੀਡੇ ਅਤੇ ਪਤਲੇ ਸਨ। ਚੜ੍ਹਦੀ ਜਵਾਨੀ ਤੇ ਨਿੱਕੀ ਨਿੱਕੀ ਕੁੰਡਿਆਲੀ ਦਾੜੀ
ਨਿਕਲ ਆਈ ਸੀ। ਤੇਜ ਵੀ ਅਥਾਹ ਸੀ। ਸਾਰੀ ਸ਼ਖਸੀਅਤ ਹੀ ਰਸ ਭਿੰਨੜੀ ਸੀ। ਮਾਤਾ ਗੁਜਰੀ ਜੀ ਨੇ ਦਸ਼ਮੇਸ਼ ਜੀ ਦੀ ਸ਼ਾਦੀ ਕਰਨ ਦੀ ਸੋਚੀ। ਵਿਸਾਖੀ ਵਾਲੇ ਦਿਨ ਸਨ 1684 ਨੂੰ ਸੁੰਦਰ ਸਰੂਪ ਨਾਲ ਆਨੰਦ ਕਾਰਜ ਹੋਇਆ। ਲਾਹੌਰ ਆਪ ਜਾ ਨਹੀਂ ਸਨ ਸਕਦੇ, ਇਸ ਲਈ ਸਾਰਾ ਪ੍ਰਬੰਧ ਆਨੰਦਪੁਰ ਲਾਗੇ ਹੀ ਗੁਰੂ ਕੇ ਲਾਹੌਰ ਕੀਤਾ ਗਿਆ। ਮਹਾਨ ਕੋਸ਼ ਅਨੁਸਾਰ ਸੁੰਦਰੀ ਮਾਤਾ ਜੀ ਲਾਹੌਰ ਨਿਵਾਸੀ ਭਾਈ ਰਾਮ ਸ਼ਰਨ ਕੁਮਰਾਵ ਖੱਤਰੀ ਦੀ ਸਪੁੱਤਰੀ ਸਨ। ਬਹੁਤਿਆਂ ਦਾ ਖਿਆਲ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਸ਼ਾਦੀ ਸੀ, ਪਰ ਇੰਜ ਪ੍ਰਤੀਤ ਹੁੰਦਾ ਹੈ ਕਿ ਸੁੰਦਰੀ ਜੀ ਦਾ ਪੇਕਾ ਨਾਂ ਜੀਤੋ ਜੀ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁੰਦਰ ਸਰੂਪ ਰੱਖਿਆ ਸੀ। ਇਸ ਲਈ ਦੋ ਨਾਂ ਹੋਣ ਕਰਕੇ ਸ਼ਾਦੀਆਂ ਵੀ ਦੋ ਹੀ ਮਿੱਥੀਆਂ ਜਾਣ ਲੱਗ ਪਈਆਂ। ਪਹਾੜੀ ਰਿਆਸਤਾਂ ਵਿੱਚ ਪ੍ਰਚਾਰ। ਆਨੰਦਪੁਰ ਰਹਿ ਕੇ ਗੁਰੂ ਪਾਤਸ਼ਾਹ ਇਹ ਮਹਿਸੂਸ ਕਰ ਰਹੇ ਸਨ ਕਿ ਪਹਾੜੀ ਇਲਾਕੇ ਜੋ ਪਛੜੇ ਹੋਏ ਹਨ, ਉਹਨਾਂ ਨੂੰ ਜੀਵਨ ਜਾਂਚ ਦੱਸਣ ਲਈ ਇੱਕ ਪ੍ਰਚਾਰ ਦੌਰਾ ਉਹਨਾਂ ਰਿਆਸਤਾਂ ਵਿੱਚ ਕਰਨਾ ਜ਼ਰੂਰੀ ਹੈ। ਪਹਾੜੀ ਰਾਜੇ ਬੁੱਤ ਪੂਜਵੀ ਸਨ ਅਤੇ ਈਰਖਾ ਦੀ ਅੱਗ ਵਿੱਚ ਸੜ ਰਹੇ ਸਨ। ਪ੍ਰਜਾ ਦੁਖੀ ਸੀ ਅਤੇ ਉਹ ਰਾਜਿਆਂ ਦੇ ਅਤਿਆਚਾਰਾਂ ਹੇਠਾਂ ਦੱਬੀ ਹੋਈ ਸੀ। ਉਹਨਾਂ ਦਾ ਮਨੁੱਖੀ ਸੁਭਾਅ ਤਕਰੀਬਨ ਮਰ ਚੁੱਕਾ ਸੀ। ਉਹ ਗੁਲਾਮਾਂ ਵਾਲਾ ਜੀਵਨ ਹੀ ਗੁਜ਼ਾਰ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਜਥੇ ਸਮੇਤ ਪਹਾੜੀ ਇਲਾਕਿਆਂ ਵਿੱਚ ਪ੍ਰਚਾਰ ਹਿੱਤ ਗਏ। ਪਹਿਲਾਂ ਤਾਂ ਰਾਜਿਆਂ ਨੂੰ ਸਮਝਾਇਆ ਕਿ ਹਰ ਸਮੇਂ ਅਹੰਕਾਰ ਸਹਾਰੇ ਟੁਰਨਾ ਮਨੁੱਖੀ ਕਰਮ ਨਹੀਂ। ਫਿਰ ਉਹਨਾਂ ਦੇ ਹਰ ਸਮੇਂ ਲੜਦੇ ਰਹਿਣ ਨਾਲ ਦੂਜਾ ਕੋਈ ਪੂਰਾ ਲਾਭ ਉਠਾ ਰਿਹਾ ਹੈ। ਉਹਨਾਂ ਪਹਾੜੀ ਰਾਜਿਆਂ ਵਿੱਚੋਂ ਬਹੁਤੇ ਗੁਰੂ ਹਰਗੋਬਿੰਦ ਜੀ ਦੀ ਬਖਸ਼ਿਸ਼ ਨਾਲ ਹੀ ਕਿਲ੍ਹਾ ਗਵਾਲੀਅਰ ਤੋਂ ਰਿਹਾ ਹੋਏ ਸਨ। ਰਵਾਲਸਰ ਗੁਰੂ ਜੀ ਨੇ ਪਹਾੜੀ ਰਾਜਿਆਂ ਦਾ ਇਕੱਠ ਕਰਕੇ ਉਹਨਾਂ ਨੂੰ ਇਕੱਠੇ ਹੋ ਟੁਰਨ ਦਾ ਉਪਦੇਸ਼ ਵੀ ਦਿੱਤਾ ਅਤੇ ਪ੍ਰਜਾ ਦਾ ਸਹਿਯੋਗ ਲੈਣ ਦੀ ਪ੍ਰੇਰਨਾ ਕੀਤੀ। ਭੀਮ ਚੰਦ ਇਹ ਸਭ ਆਦਰ ਸਤਿਕਾਰ ਹੁੰਦਾ ਦੇਖ ਹੋਰ ਗੁੱਸੇ ਵਿੱਚ ਆਇਆ। ਰਾਜਾ ਮੇਦਨੀ ਪ੍ਰਕਾਸ਼ ਦਾ ਸੱਦਾ। ਰਿਆਸਤ ਸਿਰਮੌਰ ਦਾ ਰਾਜਾ ਮੇਦਨੀ ਪ੍ਰਕਾਸ਼ ਨਾਹਣ ਵਿਖੇ ਇਹ ਸੁਣ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਰਾਜਿਆਂ ਦੇ ਝਗੜੇ ਨਿਬੇੜ ਰਹੇ ਹਨ ਅਤੇ ਸਾਰਿਆਂ ਨੂੰ ਮਿਲਣ ਬੈਠਣ ਦਾ ਉਪਦੇਸ਼ ਕਰ ਰਹੇ ਹਨ। ਉਹ ਆਪੂ ਰਾਜਾ ਫਤਿਹ ਸ਼ਾਹ ਗੜਵਾਲ ਦੇ ਹੱਥੋਂ ਤੰਗ ਸੀ। ਫਤਿਹ ਸ਼ਾਹ ਹਰ ਸਾਲ ਦਾ ਪੇਚ ਜਾਂ ਲੜਾਈ ਕਰਕੇ ਉਸਦੇ ਇਲਾਕੇ ਤੇ ਕਬਜ਼ਾ ਕਰੀ ਜਾ ਰਿਹਾ ਸੀ ਅਤੇ ਡਰ ਡਰਾਵੇ ਦਿੰਦਾ ਰਹਿੰਦਾ ਸੀ। ਕਰੋਪੀਆਂ ਤੇ ਸਰਾਪ ਦੇਣ ਲਈ ਉਸਨੇ ਬਾਬਾ ਰਾਮ ਰਾਏ ਦੀ ਵੀ ਸ਼ਰਨ ਲੈ ਲਈ ਸੀ ਅਤੇ ਇਹ ਗੱਲ ਫੈਲਾ ਦਿੱਤੀ ਸੀ ਕਿ ਮੇਦਨੀ ਪ੍ਰਕਾਸ਼ ਦੇ ਦਿਨ ਹੁਣ ਥੋੜੇ ਹੀ ਰਹਿ ਗਏ ਹਨ। ਰਾਮ ਰਾਏ ਜੀ ਕਰਾਮਾਤੀ ਕਰਕੇ ਪ੍ਰਸਿੱਧ ਹੀ ਸਨ। ਫਿਰ ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨਾਲ ਵੀ ਤੈਅ ਹੋ ਗਿਆ ਸੀ, ਪਰ ਮੇਦਨੀ ਪ੍ਰਕਾਸ਼ ਇਹ ਜਾਣਦਾ ਸੀ ਕਿ ਫਤਿਹ ਸ਼ਾਹ ਦੇ ਵਡੇਰੇ ਗੁਰੂ ਘਰ ਦੇ ਸ਼ਰਧਾਲੂ ਸਨ। ਪਹਿਲੇ ਗੁਰੂ ਨਾਨਕ ਜੀ ਜਦ ਹਰਿਦੁਆਰ ਪਹਿਲੀ ਉਦਾਸੀ ਸਮੇਂ ਆਏ ਸਨ ਤਾਂ ਰਾਜਾ ਬ੍ਰਿਜਨਾਥ ਦੀ ਬੇਨਤੀ ਤੇ ਉਸਦੀ ਰਾਜਧਾਨੀ ਸ਼੍ਰੀਨਗਰ ਵੀ ਗਏ ਸਨ। ਉੱਥੇ ਹੀ ਗੁਰੂ ਨਾਨਕ ਜੀ ਦੀ ਪਾਵਨ ਯਾਦ ਵਿੱਚ ਗੁਰਦੁਆਰਾ ਚਰਨ ਪਾਦੂਕਾ ਵੀ ਬਣ ਗਿਆ ਸੀ। ਪਿੱਛੋਂ ਜਦ ਗੁਰੂ ਹਰਗੋਬਿੰਦ ਜੀ ਅਲਮਸਤ ਦੇ ਸੱਦੇ ਤੇ ਨਾਨਕ ਮਤਾ ਪੁੱਜੇ ਤਾਂ ਮੁੜਦੀ ਵਾਰੀ ਸ਼੍ਰੀਨਗਰ ਆਏ ਸਨ। ਉੱਥੇ ਵੀ ਸਮਰੱਥ ਰਾਮਦਾਸ ਜੋ ਮਰਹੱਟਾ ਆਗੂ ਸ਼ਿਵਾ ਜੀ ਦਾ ਧਰਮ ਗੁਰੂ ਸੀ ਨੂੰ ਮਿਲੇ ਸਨ ਅਤੇ ਉਪਦੇਸ਼ ਦਿੱਤਾ ਸੀ। ਬਾਤਨ ਫਕੀਰੀ ਜ਼ਾਹਿਰ ਅਮੀਰੀ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ की भिक्षा के लिए बाबा नानक संसार नहीं त्याग गया था, माया त्यागी थी। रामदास जी उसे समय ही बोल उठे सन, यह हमारे मन भावती है। सो मेदनी प्रकाश अपना बचाओ केवल गुरु गोबिंद सिंह जी का अपनी रियासत विच होना गिणदा सी। उसने अरजोई भेजी। गुरु जी ने पूरब दीआं पहाड़ियां वल जाण दा मन बना लिया। ਉਹ ਦੇਖ ਰਹੇ ਸਨ ਕਿ ਇਸ ਪਾਸੇ ਵੀ ਪ੍ਰਚਾਰ ਦੀ ਖਾਸ ਲੋੜ ਸੀ। ਕਈ ਇੱਕ ਉਸ ਇਲਾਕੇ ਦੇ ਸਾਧੂ ਤਪਸਵੀ ਵੀ ਆਤਮਿਕ ਪੈਂਡਿਆਂ ਤੇ ਤੁਰਦੇ ਅੜਿੱਕ ਗਏ ਸਨ ਅਤੇ ਗੁਰੂ ਜੀ ਦੀ ਉਡੀਕ ਕਰ ਰਹੇ ਸਨ ਕਿ ਉਹ ਆ ਕੇ ਉਹਨਾਂ ਨੂੰ ਅੱਗੇ ਟੋਰਨ ਅਤੇ ਪ੍ਰਾਪਤੀ ਦੇ ਰਾਹ ਪਾਉਣ। ਇਹਨਾਂ ਵਿੱਚੋਂ ਪ੍ਰਸਿੱਧ ਕਾਲਸੀ ਦੇ ਵਡੇਰੀ ਉਮਰ ਦੇ ਰਿਖੀ ਸਡੋਰੇ ਦੇ ਰਹਿਣ ਵਾਲੇ ਭਾਈ ਗੋਪਾਲ ਜੀ ਅਤੇ ਉਹਨਾਂ ਦੀ ਪਤਨੀ ਮਾਈ ਕ੍ਰਿਸ਼ਨਾ ਜੀ ਉੱਗੇ ਸਨ। ਇਸ ਜੋੜੇ ਨੇ ਆਪਣਾ ਟਿਕਾਣਾ ਜਮਨਾ ਦੇ ਉਸ ਕਿਨਾਰੇ ਬਣਾਇਆ ਹੋਇਆ ਸੀ ਜਿੱਥੇ ਪਿੱਛੋਂ ਦਸ਼ਮੇਸ਼ ਜੀ ਨੇ ਪੌਂਟਾ ਸਾਹਿਬ ਸਥਾਪਨ ਕੀਤਾ। ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਜੀ ਨੇ ਰਿਆਸਤ ਸਿਰਮੌਰ ਜਾਣ ਦਾ ਪੱਕਾ ਮਨ ਬਣਾ ਲਿਆ। ਗੁਰਬਿਲਾਸ ਦਾ ਇਹ ਵੀ ਕਹਿਣਾ ਹੈ ਕਿ ਮਾਤਾ ਜੀ ਨੇ ਵੀ ਇਹ ਸਲਾਹ ਦਿੱਤੀ ਕਿ ਕੁਝ ਚਿਰ ਆਨੰਦਪੁਰ ਤੋਂ ਦੂਰ ਰਹਿਣਾ ਸਹੀ ਰਣਨੀਤੀ ਹੈ। ਜਰਾ ਕੁ ਹੋਰ ਤਕੜੇ ਹੋ ਜਾਓ, ਫਿਰ ਬੇਸ਼ੱਕ ਜੂਝਦੇ ਰਹਿਣਾ। ਜਬ ਹੋਏ ਬੜੇ ਬਲ ਪੋਰਖਾ ਮੈਂ ਤਬ ਹੀ ਕਰਨੀ ਦਿਨ ਰੈਣ ਲੜਾਈ। ਗੁਰੂ ਜੀ ਦੀ ਉਮਰ 17 ਸਾਲ ਦੀ ਹੋ ਗਈ ਸੀ। ਆਨੰਦਪੁਰ ਟਿਕ ਕੇ ਉਹਨਾਂ ਨੇ ਕੌਮ ਨੂੰ ਨਵੇਂ ਸਿਰਿਓਂ ਨਾ ਸਿਰਫ ਸੰਗਠਨ ਹੀ ਕੀਤਾ ਸਗੋਂ ਨਵਾਂ ਜੋਸ਼ ਵੀ ਭਰ ਦਿੱਤਾ ਸੀ। ਉਸ ਦੀ ਗਵਾਹੀ ਆਨੰਦਪੁਰ ਵਿੱਚ ਹੋਏ ਇਕੱਠਾਂ ਤੋਂ ਮਿਲ ਰਹੀ ਸੀ।
ਸਾਡੇ ਇਤਿਹਾਸਕਾਰਾਂ ਆਨੰਦਪੁਰ ਦੇ ਮੁੱਢਲੇ ਸਾਲਾਂ ਨੂੰ ਸ਼ਾਇਦ ਇਸੇ ਲਈ ਉੱਚ ਥਾਂ ਨਹੀਂ ਦਿੱਤੀ ਕਿਉਂਕਿ ਉਹ ਉਹਨਾਂ ਕਰਮਾਂ ਦੀ ਮਹੱਤਤਾ ਨਹੀਂ ਜਾਣਦੇ ਸਨ। 8 ਸਾਲਾਂ ਵਿੱਚ ਹੀ ਗੁਰੂ ਜੀ ਨੇ ਸਿੱਖੀ ਬੇੜੇ ਨੂੰ ਨਾ ਕੇਵਲ ਔਰੰਗਜ਼ੇਬ ਦੇ ਅਤਾਬਾਂ ਤੋਂ ਬਚਾ ਕੱਢਿਆ, ਸਗੋਂ ਸਿੱਖਾਂ ਨੂੰ ਕਿਨਾਰਾ ਵੀ ਦਿਸਣ ਲੱਗ ਪਿਆ। ਆਮ ਜਨਤਾ ਦੀ ਪੂਰਨ ਹਮਾਇਤ, ਸਿੱਖਾਂ ਦੀ ਚੜ੍ਹਦੀ ਕਲਾ ਅਤੇ ਵਿਦਵਾਨਾਂ ਦੇ ਇਕੱਠ ਨੇ ਸਿੱਖੀ ਦੀ ਨਵੀਂ ਨੁਹਾਰ ਨਿਖਾਰ ਦਿੱਤੀ। ਕੁਝ ਸਾਲਾਂ ਬਾਅਦ ਭੰਗਾਣੀ ਦੇ ਯੁੱਧ ਦੀ ਜਿੱਤ ਕੋਈ ਅਚਾਨਕ ਮਿਲੀ ਫਤਿਹ ਨਹੀਂ ਸੀ, ਸਗੋਂ ਉਸ ਪਿੱਛੇ ਆਨੰਦਪੁਰ ਵਿੱਚ ਹੋਈ ਘਾਲਣਾ ਸੀ। ਲੈਪਲ ਗ੍ਰਿਫਨ ਨੇ ਲਿਖਿਆ ਹੈ ਕਿ ਇਸ ਮਹਾਨ ਪੁਰਸ਼ ਨੇ ਖਿੰਡੇ ਪੁੰਡੇ ਲੋਕਾਂ ਨੂੰ ਇਕੱਠਾ ਕਰਨ ਤੋਂ ਪਹਿਲਾਂ ਆਪਣਾ ਸਾਰਾ ਸਮਾਂ ਸਿਖਲਾਈ ਅਤੇ ਤਿਆਰੀ ਤੇ ਲਗਾ ਦਿੱਤਾ, ਸ਼ਸਤਰ ਵਿਦਿਆ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ ਅਤੇ ਇਸ ਸਾਰੀ ਤਿਆਰੀ ਦਾ ਸਿੱਟਾ ਇਹ ਨਿਕਲਿਆ ਕਿ ਸਿੱਖਾਂ ਨੇ ਹਰ ਪਾਸਿਓਂ ਆਨੰਦਪੁਰ ਵਹੀਰਾਂ ਪਾਉਣੀਆਂ ਆਰੰਭ ਕਰ ਦਿੱਤੀਆਂ। ਭਾਵੇਂ ਉਹਨਾਂ ਦੇ ਪਾਉਂਟਾ ਸਾਹਿਬ ਵੱਲ ਟੁਰ ਜਾਣ ਨਾਲ ਰੌਣਕ ਬਹੁਤ ਘੱਟ ਗਈ, ਪਰ ਆਪ ਜੀ ਨੇ ਐਸਾ ਪ੍ਰਬੰਧ ਕੀਤਾ ਕਿ ਆਨੰਦਪੁਰ ਦੇ ਪ੍ਰੋਗਰਾਮ ਵਿੱਚ ਵਿਘਨ ਨਾ ਪਵੇ। ਗੁਰੂ ਗੋਬਿੰਦ ਸਿੰਘ ਜੀ 500 ਹਥਿਆਰਬੰਦ ਸਿੱਖਾਂ ਨਾਲ ਕੀਰਤਪੁਰ, ਰੋਪੜ, ਬਰਾੜਾ, ਸਢੌਰਾ ਹੁੰਦੇ ਹੋਏ ਨਾਹਣ ਪੁੱਜੇ। ਸਢੌਰਾ ਹੀ ਪੀਰ ਬੁੱਧੂ ਸ਼ਾਹ ਨੇ ਚਰਨਬੋਸੀ ਕੀਤੀ। ਭਾਗ 7ਵਾਂ ਸ਼ਹਿਰ ਪਾਂਟਵਾਂ ਕੀ ਸੁਧ ਲਈ। ਨਾਹਣ ਵਿਖੇ ਗੁਰੂ ਕੀ ਸਾਖੀਆਂ ਅਤੇ ਮਹਾਨ ਕੋਸ਼ ਦੇ ਲਿਖਣ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨਾਹਣ ਵਿਖੇ 17 ਵਿਸਾਖ 1741 ਬਿਕਰਮੀ ਨੂੰ ਪਧਾਰੇ। ਰਾਜਾ ਮੇਦਨੀ ਪ੍ਰਕਾਸ਼ ਨੇ ਆਦਰ ਨਾਲ ਮਹਿਲਾਂ ਵਿੱਚ ਟਿਕਾਣਾ ਕਰਵਾਇਆ। ਜਿੱਥੇ ਆਪ ਜੀ ਦਾ ਪਹਿਲਾਂ ਉਤਾਰਾ ਹੋਇਆ ਉੱਥੇ ਹੁਣ ਗੁਰਦੁਆਰਾ ਹੈ। ਤਕਰੀਬਨ 12 ਦਿਨ ਤੱਕ ਆਪ ਜੀ ਨਾਹਣ ਵਿਖੇ ਰਹੇ ਅਤੇ ਉੱਥੋਂ ਹੀ ਪਾਉਂਟਾ ਸਾਹਿਬ ਆਏ। ਨਾਹਣ ਦਾ ਪਹਿਲਾ ਨਾਂ ਸਰਮੌਰ ਸੀ, ਜੋ ਹੁਣ ਥੇ ਬਣ ਗਿਆ ਹੈ। 1082 ਈਸਵੀ ਵਿੱਚ ਰਾਜਾ ਮਦਨ ਸਿੰਘ ਰਾਜ ਕਰਦਾ ਸੀ। ਗਿਰੀ ਦੇ ਹੜ੍ਹ ਨਾਲ ਸਰਮੌਰ ਅਤੇ ਉਸਦੇ ਸਾਰੇ ਹੀ ਵਸਨੀਕ ਰਾਜੇ ਅਤੇ ਪਰਿਵਾਰ ਸਮੇਤ ਤਬਾਹ ਹੋ ਗਏ। ਪਿੱਛੋਂ 1095 ਈਸਵੀ ਨੂੰ ਜੈਸਲਮੇਰ ਦੇ ਰਾਵਲ ਨੇ ਆਪਣੀ ਕੁਲ ਵਿੱਚੋਂ ਸ਼ੋਭਾ ਰਾਵਲ ਭੇਜਿਆ, ਜਿਸ ਨੇ ਸਾਰੇ ਇਲਾਕੇ ਨੂੰ ਜਿੱਤਿਆ ਅਤੇ ਰਾਜ ਬਣ ਵਿੱਚ ਹੀ ਰਾਜਧਾਨੀ ਬਣਾ ਕੇ ਸ਼ੁਭੰਸ਼ ਪ੍ਰਕਾਸ਼ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਸੇ ਦੀ ਕੁਲ ਵਿੱਚੋਂ ਹੀ ਮੇਦਨੀ ਪ੍ਰਕਾਸ਼ ਸੀ। ਨਾਹਣ ਵੀ ਉਸੇ ਨੇ ਵਸਾਇਆ ਸੀ। ਹੁਣ ਤੱਕ ਰਾਜਾ ਨਾਹਣ ਦੁਸ਼ਹਿਰੇ ਅਤੇ ਗੁਰਦੁਆਰੇ ਆ ਕੇ ਨਿਸ਼ਾਨ ਸਾਹਿਬ ਨੂੰ ਰੁਮਾਲਾ ਚੜ੍ਹਾਉਂਦਾ ਸੀ ਅਤੇ ਮੰਜੀ ਸਾਹਿਬ ਨੂੰ ਵੀ ਪੋਸ਼ਾਕਾਂ ਪਹਿਨਾਉਂਦਾ ਹੈ। ਜਦ ਆਪ ਜੀ ਪਾਉਂਟਾ ਸਾਹਿਬ ਦਾ ਕਿਲ੍ਹਾ ਬਣਾ ਕੇ ਉੱਥੇ ਹੀ ਟਿਕ ਗਏ ਤਾਂ ਰਾਜੇ ਨੇ ਪਿਆਰੀ ਨਿਸ਼ਾਨੀ ਮੰਗੀ ਤਾਂ ਆਪ ਜੀ ਨੇ ਇੱਕ ਕਿਰਪਾਨ ਭੇਟ ਕੀਤੀ, ਜੋ ਹੁਣ ਤੱਕ ਉਸ ਦੀ ਸੰਤਾਨ ਪਾਸ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪੂ ਬਚਿੱਤਰ ਨਾਟਕ ਵਿੱਚ ਲਿਖਿਆ ਹੈ, ਦੇਸ ਚਾਲ ਹਮ ਤੇ ਪੁੰਨ ਪਈ, ਸ਼ਹਿਰ ਪਾਂਵ ਕੀ ਸੁਧ ਲਈ। ਮਹਾਰਾਜ ਨੇ ਪਾਉਂਟਾ ਸਾਹਿਬ ਨੂੰ ਚੁਣਨ ਦਾ ਕਾਰਨ ਲਿਖਿਆ ਹੈ ਕਿ ਜਮਨਾ ਅਣਖੇਲੀਆਂ ਕਰਦੀ ਮਨ ਨੂੰ ਲੁਭਾਉਂਦੀ ਸੀ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਮਹਾਰਾਜ ਨੂੰ ਮੇਦਨੀ ਪ੍ਰਕਾਸ਼ ਨੇ ਕਿਹਾ ਸੀ ਕਿ ਪਾਉਂਟਾ ਸਾਹਿਬ ਇੱਕ ਅਜਿਹਾ ਸਥਾਨ ਹੈ ਜਿੱਥੇ ਇੱਕ ਤਾਂ ਜਮਨਾ ਦਾ ਪ੍ਰਵਾਹ ਸਦਾ ਚੱਲਦਾ ਰਹਿੰਦਾ ਹੈ, ਦੂਜੇ ਕਿਨਾਰੇ ਉੱਚੇ ਉੱਚੇ ਹਨ, ਦਰਿਆ ਨਜ਼ਾਰਾ ਬਣਾਉਂਦਾ ਹੈ, ਤੀਜੇ ਪਹਾੜਾਂ ਦਾ ਸਿਲਸਿਲਾ ਜਿੱਧਰ ਨਜ਼ਰ ਮਾਰੋ ਮੁੱਕਣ ਤੇ ਹੀ ਨਹੀਂ ਆਉਂਦਾ, ਚੌਥੇ ਅੱਖਾਂ ਨੂੰ ਭਾਉਂਦੀ ਸੁੰਦਰ ਹਰਿਆਵਲੀ ਹੈ, ਪੰਜਵੇਂ ਬਗੈਰ ਚਿੱਕੜ ਤੋਂ ਪਹਾੜੀਆਂ ਹਨ, ਛੇਵੇਂ ਖੁੱਲ੍ਹੀ ਦੂਣ ਹੈ ਅਤੇ ਸੱਤਵੇਂ ਮੈਦਾਨੀ ਇਲਾਕਾ ਵੀ ਕਾਫੀ ਹੈ। ਜਮਨਾ ਪ੍ਰਵਾਹ ਇੱਕ, ਦੂਸਰੇ ਉਤੰਗ ਤੱਟ, ਤੀਸਰੇ ਤੁਰਨ ਤੱਟ, ਸੈਲਣ ਕੀ ਸੈਲ ਹੈ, ਸਬਜ਼ ਸੁਹਾਏ, ਬਿਨ ਪੰਕ ਹੈ ਸੁਥਾਏ, ਸੁਭ ਦੂਣ ਵਿਸਥਾਰ, ਸੂ ਉਦਾਰ ਚਲੇ ਗੈਲ ਹੈ। ਪਾਉਂਟਾ ਸਾਹਿਬ ਦੀ ਚੋਣ ਜਮਨਾ ਦੇ ਉਰਲੇ ਕਿਨਾਰੇ ਰਮਣੀਕ ਅਤੇ ਰਣਨੀਤੀ ਦੀ ਦ੍ਰਿਸ਼ਟੀ ਤੋਂ ਸੁਚੱਜਾ ਸਥਾਨ ਦੇਖ ਕੇ ਪਹਿਲਾਂ ਆਪ ਜੀ ਨੇ ਕੁਝ ਮਕਾਨ ਵਸੇਬੇ ਲਈ ਬਣਾਏ ਅਤੇ ਪਿੱਛੋਂ ਉਹਨਾਂ ਨੂੰ ਕਿਲ੍ਹੇ ਦੀ ਸ਼ਕਲ ਦੇ ਦਿੱਤੀ। 12 ਦਿਨਾਂ ਵਿੱਚ ਕਿਲ੍ਹਾ ਬਣ ਕੇ ਤਿਆਰ ਹੋ ਗਿਆ। ਪਾਉਂਟਾ ਦਾ ਨਾਂ ਰੱਖਣ ਬਾਰੇ ਕਈ ਵਿਚਾਰ ਹਨ। ਇੱਕ ਮਤ ਹੈ, ਬੰਨੀ ਪਹਾੜੀ ਫਿਰਦਿਆਂ ਜਿੱਥੇ ਆ ਕੇ ਟਿਕਾਏ ਪਾਓ ਸੋ ਪਾਉਂਟਾ, ਭਾਵ ਜਿੱਥੇ ਆਪ ਜੀ ਨੇ ਆਪਣੇ ਪਾਵਨ ਪਾਉ ਟਿਕਾਏ ਉਸ ਦਾ ਨਾਂ ਪਾਉ ਟਿਕਾਏ ਅਤੇ ਪਿੱਛੋਂ ਜਾ ਕੇ ਪਾਉਂਟਾ ਪੈ ਗਿਆ। ਇੱਕ ਅਰਥ ਇਹ ਵੀ ਕਰਦੇ ਹਨ ਕਿ ਜਿਸ ਵਿੱਚ ਪੈਰ ਅਟਕਾਇਆ ਜਾਵੇ, ਭਾਵ ਰਕਾਬ। ਗੁਰੂ ਜੀ ਨੇ ਰਮਣੀਕ ਥਾਂ ਦੇਖ ਕੇ ਇੱਥੇ ਪੈਰ ਟਿਕਾ ਦਿੱਤੇ। ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਵਿੱਚ ਇਸ ਭਾਵ ਦੇ ਅਰਥ ਕੀਤੇ ਹਨ। ਪਾਂਵ ਟਿਕਈ ਸਤਿਗੁਰ ਕੋ ਆਨੰਦਪੁਰ ਤੇ ਆਏ, ਨਾਮ ਧਰਿਓ ਇਸ ਪਾਉਂਟਾ ਸਭ ਦੇਸਨ ਪ੍ਰਗਟਾਏ। ਦੂਜਾ ਮਤ ਹੈ ਕਿ ਪਾਉਂਟਾ ਇੱਕ ਗਹਿਣਾ ਹੈ ਜੋ ਝੂਮਰ ਪਾਉਣ ਵੇਲੇ ਔਰਤਾਂ ਪਾਉ ਦੇ ਗਿੱਟੇ ਤੇ ਬੰਨ੍ਹਦੀਆਂ ਹਨ। ਪਾਉਂਟਾ ਦੇ ਇਰਦ ਗਿਰਦ ਦੀਆਂ ਪਹਾੜੀਆਂ ਦੀ ਬਣਤਰ ਪੈਰ ਨਿਆਈ ਹੈ ਅਤੇ
ਇਹ ਵਿਚਕਾਰ ਗਹਿਣੇ ਵਾਂਗ ਸ਼ੋਭਾ ਪਾਉਂਦਾ ਹੈ। ਫਿਰ ਜਦ ਨਾਚ ਆਰੰਭ ਹੁੰਦਾ ਹੈ ਤਾਂ ਬਾਕੀ ਘੁੰਗਰੂ ਛਣ ਛਣ ਕਰਦੇ ਹਨ, ਪਰ ਪਾਉਂਟਾ ਸ਼ਾਂਤ ਪੈਰਾਂ ਨਾਲ ਚਮੜਿਆ ਰਹਿੰਦਾ ਹੈ। ਠੀਕ ਇਸੇ ਤਰ੍ਹਾਂ ਪਾਉਂਟਾ ਸ਼ਹਿਰ ਹੁਣ ਵੀ ਹੋ ਰਿਹਾ ਹੈ। ਜਮਨਾ ਪਾਉਂਟਾ ਦੇ ਪਿੱਛੇ ਅਤੇ ਅੱਗੇ ਤਾਂ ਖੂਬ ਆਵਾਜ਼ਾਂ ਕੱਢਦੀ ਹੈ, ਪਰ ਇੱਥੇ ਆ ਕੇ ਸ਼ਾਂਤ ਹੋ ਜਾਂਦੀ ਹੈ। ਇੱਕ ਗੱਲ ਹੋਰ, ਗੁਰੂ ਮਹਾਰਾਜ ਨੇ ਬਚਿੱਤਰ ਨਾਟਕ ਵਿੱਚ ਸ਼ਹਿਰ ਪਾਉਂਟਾ ਕੀ ਸੁਧ ਲਈ ਲਿਖਿਆ ਹੈ। ਇਸ ਤੋਂ ਸੁਭਾਵਿਕ ਹੀ ਇਹ ਖਿਆਲ ਉਤਪੰਨ ਹੁੰਦਾ ਹੈ ਕਿ ਇਹ ਸ਼ਹਿਰ ਪਹਿਲਾਂ ਸੀ ਅਤੇ ਸਮੇਂ ਦੇ ਥਪੇੜਾਂ ਨਾਲ ਨਸ਼ਟ ਜ਼ਰੂਰ ਹੋ ਗਿਆ, ਪਰ ਉਸ ਦਾ ਨਾਂ ਲੋਕਾਂ ਦੀ ਜ਼ੁਬਾਨ ਤੇ ਰਿਹਾ। ਫਿਰ ਸੁਧ ਤਾਂ ਉਸ ਦੀ ਲਈ ਜਾਂਦੀ ਹੈ ਜੋ ਪ੍ਰਤੱਖ ਹੋਵੇ। ਜਿਵੇਂ ਜੇ ਇਹ ਬਚਨ ਆਏ, ਪਟਨੇ ਸ਼ਹਿਰ ਵਿਖੇ ਭਵ ਲਿਓ, ਤਾਂ ਉਸ ਦਾ ਅਰਥ ਇਹ ਹੀ ਹੈ ਕਿ ਪਟਨਾ ਸ਼ਹਿਰ ਹੋਂਦ ਵਿੱਚ ਸੀ। ਇੱਥੇ ਸੁਧ ਲਈ ਲਿਖਿਆ ਹੈ, ਜਿਸ ਦਾ ਅਰਥ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ ਕਿ ਉਹ ਭੈੜੀ ਹਾਲਤ ਵਿੱਚ ਸੀ। ਮਹਾਰਾਜ ਨੇ ਆ ਕੇ ਸੁਧ ਲਈ ਪਾਉਂਟਾ ਸਾਹਿਬ ਵਿਖੇ। ਉਹਨਾਂ ਨਾ ਸਿਰਫ ਸ਼ਹਿਰ ਦੀ ਸੁਧ ਲਈ, ਸਗੋਂ ਹਿੰਦੁਸਤਾਨ ਦੇ ਸਾਹਿਤ ਦੀ ਵੀ ਸੁਧ ਲਈ। ਗੁਰੂ ਨਾਨਕ ਜੀ ਧਰਤੀ ਅਤੇ ਲੋਕ ਨੂੰ ਸੋਧਣ ਲਈ ਦੌਲਤ ਨੂੰ ਛੱਡ ਕੇ ਨਿਕਲੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨੂੰ ਕੁਝ ਚਿਰ ਲਈ ਤਿਆਗ ਕੇ ਹਿੰਦੁਸਤਾਨ ਦੇ ਪੁਰਾਤਨ ਸਾਹਿਤ ਦੀ ਸੁਧ ਲੈਣ ਲਈ ਇੱਥੇ ਪੁੱਜੇ। ਫਿਰ 4 ਸਾਲਾਂ ਵਿੱਚ ਐਸੀ ਸੁਧ ਲਈ ਕਿ ਨਵੀਂ ਰਾਮਾਇਣ ਲੋਕਾਂ ਸਾਹਮਣੇ ਆਈ ਅਤੇ ਨਵੇਂ ਮਹਾਭਾਰਤ ਦਾ ਮੁੱਢ ਬੱਝਾ। ਨਰੋਏ ਮਨੁੱਖ ਨੇ ਜੋ ਕਰਾਮਾਤ ਕਰ ਵਿਖਾਈ, ਉਸ ਦੀ ਉਦਾਹਰਣ ਭੰਗਾਣੀ ਦਾ ਯੁੱਧ ਹੈ। ਇੱਕ ਪਾਸੇ ਸਾਹਿਤ ਨੂੰ ਸੋਧਿਆ ਜਾ ਰਿਹਾ ਸੀ, ਦੂਜੇ ਪਾਸੇ ਜੰਗਲੀ ਜਾਨਵਰਾਂ ਦਾ ਚੁਣ ਚੁਣ ਕੇ ਸ਼ਿਕਾਰ ਹੋ ਰਿਹਾ ਸੀ। ਵਣਾਂ ਤੋਂ ਨਿਕਲ ਸ਼ੇਰ, ਚੀਤੇ, ਬਘਿਆੜ, ਰਿੱਛ, ਸੂਰ ਅਤੇ ਨੀਲ ਗਾਈਆਂ ਲੋਕਾਂ ਅਤੇ ਉਹਨਾਂ ਦੇ ਮਾਲ ਡੰਗਰ ਪਕੜ ਕੇ ਲੈ ਜਾਂਦੇ ਸਨ। ਉਹਨਾਂ ਮਾਸ ਖੋਰੇ ਜਾਨਵਰਾਂ ਤੋਂ ਬਚਾਉਣ ਲਈ ਗੁਰੂ ਜੀ ਨਿੱਤ ਸ਼ਿਕਾਰ ਤੇ ਚੜ੍ਹਦੇ, ਯੋਧਿਆਂ ਹੱਥ ਬਰਛੇ ਦੇ ਕੇ ਮਸਤ ਹਾਥੀਆਂ ਨਾਲ ਯੁੱਧ ਕਰਵਾਉਂਦੇ। ਜਦ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਤੇ ਵੱਜਦੇ ਨਗਾਰਿਆਂ ਨਾਲ ਚੜ੍ਹਦੇ ਤਾਂ ਚਾਰੇ ਪਾਸੇ ਉਸ ਦੀਆਂ ਗੂੰਜਾਂ ਸੁਣਾਈ ਦਿੰਦੀਆਂ। ਰਾਜੇ ਅੱਗੇ ਹੀ ਖਿਝੇ ਹੋਏ ਸਨ। ਇਹ ਨਗਾਰਿਆਂ ਦੀ ਆਵਾਜ਼ ਤਾਂ ਉਹਨਾਂ ਨੂੰ ਹੋਰ ਤਪਾਉਂਦੀ। ਈਰਖਾ ਦੀ ਅੱਗ ਹੋਰ ਭੜਕ ਉੱਠੀ। ਉਹਨਾਂ ਦਾ ਇਹ ਕਹਿਣਾ ਸੀ ਕਿ ਝੂਲਦੇ ਨਿਸ਼ਾਨ ਅਤੇ ਵੱਜਦੇ ਨਗਾਰਿਆਂ ਨਾਲ ਚੜ੍ਹਨਾ ਕੇਵਲ ਉਹਨਾਂ ਦਾ ਹੱਕ ਹੈ, ਪਰ ਉਹ ਭੁੱਲ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਇਹ ਅਖੌਤੀ ਊਚ ਨੀਚ ਮੁਕਾਉਣ ਲਈ ਆਏ ਸਨ। ਉਹ ਕਿਸੇ ਨੂੰ ਕਿਸੇ ਦਾ ਵੀ ਦਬੈਲ ਨਹੀਂ ਸਨ ਰਹਿਣ ਦੇਣਾ ਚਾਹੁੰਦੇ। ਲੋਕਾਂ ਦੇ ਮਨਾਂ ਵਿੱਚ ਪਾਇਆ ਹੋਇਆ ਡਰ ਹੀ ਕੱਢ ਰਹੇ ਸਨ। ਇਹ ਸ਼ਿਕਾਰ, ਨਗਾਰੇ, ਨਿਸ਼ਾਨ ਇਸ ਪਾਸੇ ਦੇ ਉਪਰਾਲੇ ਹੀ ਸਨ। ਥੋੜ੍ਹੇ ਹੀ ਚਿਰ ਵਿੱਚ ਆਪ ਜੀ ਨੇ ਸਾਰੇ ਮਾਸ ਖੋਰੇ ਜਾਨਵਰ ਮੁਕਾ ਦਿੱਤੇ। ਹੁਣ ਵਾਰੀ ਮਾਨਸ ਖਾਣੇ ਮਨੁੱਖਾਂ ਦੀ ਸੀ, ਜੋ ਪਰਜਾ ਨੂੰ ਲਿਤਾੜਨਾ ਆਪਣਾ ਹੱਕ ਸਮਝਦੇ ਸਨ। ਸ਼ਾਇਦ ਇਸ ਲਈ ਬਚਿੱਤਰ ਨਾਟਕ ਦੀ ਅਗਲੀ ਤੁਕ ਹੀ ਇਹ ਹੈ। ਫਤਿਹ ਸਾ ਕੋਪਾ ਤਬ ਰਾਜਾ, ਲੋਹ ਪਰਾਂ ਹਮ ਸੋ ਬਿਨ ਕਾਜਾ। ਈਰਖਾ ਵਿੱਚ ਸੜਦੇ ਰਾਜਿਆਂ ਦੀ ਵਾਰੀ ਹੁਣ ਆਉਣ ਵਾਲੀ ਸੀ। ਗੁਰੂ ਮਹਾਰਾਜ ਨੇ ਫਤਿਹ ਸ਼ਾਹ ਨੂੰ ਪਾਸ ਬੁਲਾ ਕੇ ਸਮਝਾਇਆ ਕਿ ਇੱਕ ਦੂਜੇ ਦੇ ਇਲਾਕਿਆਂ ਤੇ ਕਬਜ਼ਾ ਕਰਨਾ ਠੀਕ ਨਹੀਂ। ਪਹਿਲਾਂ ਤਾਂ ਫਤਿਹ ਸ਼ਾਹ ਨਾਹਨ ਰਾਜੇ ਦੇ ਕਬਜ਼ੇ ਕੀਤੇ ਇਲਾਕੇ ਵਾਪਸ ਕਰਨੇ ਮੰਨ ਗਿਆ, ਪਰ ਇੰਜ ਲੱਗਦਾ ਹੈ ਕਿ ਜਦ ਉਸ ਦਾ ਕੁੜਮ ਕਹਿਲੂਰ ਵਾਲਾ ਭੀਮ ਚੰਦ ਬਣ ਗਿਆ ਤਾਂ ਉਹ ਅੜ ਖਲੋਤਾ। ਭੀਮ ਚੰਦ ਨੇ ਵੀ ਲੜਕੀ ਦਾ ਡੋਲਾ ਇਸੇ ਸ਼ਰਤ ਤੇ ਲੈ ਜਾਣਾ ਸਵੀਕਾਰ ਕੀਤਾ ਕਿ ਉਹ ਗੁਰੂ ਜੀ ਤੇ ਹੱਲਾ ਬੋਲ ਦੇਵੇਗਾ। ਪਰ ਠੀਕ ਗੱਲ ਭਾਈ ਸੇਵਾ ਸਿੰਘ ਨੇ ਸ਼ਹੀਦ ਬਿਲਾਸ ਵਿੱਚ ਲਿਖੀ ਹੈ ਕਿ ਗੁਰੂ ਜੀ ਦਾ ਵਾਧਾ ਪ੍ਰਤਾਪ ਦੇਖ ਕੇ ਫਤਿਹ ਸ਼ਾਹ ਵੀ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਿਆ ਅਤੇ ਫੌਜ ਲੈ ਕੇ ਚੜ੍ਹਾਈ ਕਰ ਦਿੱਤੀ। ਯੁੱਧ ਦੇ ਹੋਰ ਕਾਰਨਾਂ ਤੇ ਵਿਚਾਰ ਤਾਂ ਭੰਗਾਣੀ ਦੇ ਸਿਰਲੇਖ ਹੇਠਾਂ ਹੀ ਕੀਤੀ ਜਾਵੇਗੀ, ਪਰ ਇੱਥੇ ਇਹ ਦਰਸਾਉਣਾ ਜ਼ਰੂਰੀ ਹੈ ਕਿ ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੇ ਟਿਕਾਣੇ ਦੇ ਪ੍ਰਭਾਵ ਦੂਰ ਰਸ ਸਨ। ਉਹ ਸਭ ਨੂੰ ਸੋਧ ਰਹੇ ਸਨ ਅਤੇ ਸਭ ਦਾ ਰਾਹ ਸੁਖਾਲਾ ਕਰਦੇ ਪਏ ਸਨ। ਕਾਵ ਰਚਨਾ, ਕਵੀਆਂ ਅਤੇ ਸਾਹਿਤਕਾਰਾਂ ਨੂੰ ਗੁਰੂ ਜੀ ਨੇ ਪਾਉਂਟਾ ਸਾਹਿਬ ਹੀ ਬੁਲਾ ਲਿਆ। ਧਰਮ ਯੁੱਧ ਕੇ ਚਾਏ ਪੁਰਾਣਿਕ ਕਥਾਵਾਂ ਨੂੰ ਉਲਥਾਉਣਾ ਆਰੰਭ ਕਰ ਦਿੱਤਾ। ਮਹਿਮਾ ਪ੍ਰਕਾਸ਼ ਦੇ ਲਿਖਾਰੀ ਦੇ ਕਥਨ ਅਨੁਸਾਰ ਪ੍ਰਮੁੱਖ ਵਿੱਦਿਆ ਕੇਂਦਰਾਂ ਦੇ ਵਿਦਵਾਨ ਵੀ ਗੁਰੂ ਜੀ ਪਾਸ ਪੁੱਜ ਗਏ ਸਨ। ਕੁਝ ਨੂੰ ਉਚੇਚੇ ਤੌਰ ਤੇ ਗੁਰੂ ਜੀ ਨੇ ਬੁਲਵਾਇਆ। ਆਗ ਕੀਨੀ ਸਤਿਗੁਰ ਦਿਆਲ, ਵਿਦਿਆਵਾਨ ਪੰਡਿਤ ਲੇਹਪਾਲ, ਬਨਾਰਸ ਆਦਿ ਜੋ ਵਿਦਿਆ ਠੌਰ, ਪੰਡਿਤ ਸਭ ਵਿਦਿਆ ਸਿਰਮੌਰ, ਸਤਿਗੁਰ ਕੇ ਆਈ ਇਕੱਤਰਿਤ ਸਭ ਪਈ, ਬਹੁ ਆਦਰ ਸਤਿਗੁਰ ਜੋ ਦੇਈ। ਉਹਨਾਂ ਵਿਦਵਾਨਾਂ ਨੂੰ ਆਗਿਆ ਕੀਤੀ ਕਿ ਆਸਾਨ ਬੋਲੀ ਵਿੱਚ ਕਥਾਵਾਂ ਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਾਰੀਆਂ ਤੋਂ ਲਿਖਵਾਉਣ। ਮਹਾਰਾਜ ਦਾ ਬਚਨ ਵੀ ਸੀ, ਪੜ੍ਹਤੇ ਸੰਸਕ੍ਰਿਤ ਮਨ ਉਕਤਾਏ, ਭਾਖਾ ਪੜ੍ਹਤ ਚਿੱਤ ਲਗਾਏ। ਫਿਰ ਉਹਨਾਂ ਨੇ ਆਪ ਜਿੱਥੇ ਲੋੜ ਸਮਝੀ ਸਰੂਪ ਵੀ ਬਦਲ ਦਿੱਤਾ। ਜੋ ਨਾਇਕ ਮਿਥਿਹਾਸਿਕ ਲੱਗਦੇ ਸਨ, ਉਹਨਾਂ ਨੇ ਉਹਨਾਂ ਨੂੰ ਇਤਿਹਾਸਿਕ ਰੂਪ ਦਿੱਤਾ।
ਜਿਨ੍ਹਾਂ ਕਹਾਣੀਆਂ ਨੂੰ ਲੋਕੀ ਦੇਵੀ ਕਹਿ ਕੇ ਛੱਡ ਜਾਂਦੇ ਸਨ, ਉਹਨਾਂ ਨੂੰ ਉਸ ਸੂਰਤ ਵਿੱਚ ਪੇਸ਼ ਕੀਤਾ ਕਿ ਸਾਰੇ ਪਾਤਰ ਜਾਣੇ ਪਛਾਣੇ ਲੱਗਣ ਲੱਗ ਪਏ। ਉਦਾਹਰਣ ਵਜੋਂ ਕ੍ਰਿਸ਼ਨ ਅਵਤਾਰ ਦੀ ਸਭ ਤੋਂ ਵੱਡੀ ਮਹੱਤਤਾ ਉਸ ਦੇ ਵਿਚਲੇ ਯੁੱਧ ਪ੍ਰਬੰਧ ਦੀ ਵਿਉਂਤ ਵਿੱਚ ਹੈ, ਪਰ ਦਸਮ ਸਕੰਦ ਦੇ 5ਵੇਂ ਅਧਿਆਏ ਵਿੱਚ ਜਰਾਸੰਧ ਦਾ ਸੰਖੇਪ ਜਿਹਾ ਯੁੱਧ ਵਰਣਨ ਹੈ। ਦੂਜੇ ਪਾਸੇ ਯੁੱਧ ਪ੍ਰਬੰਧ ਵਿੱਚ ਜੋ ਵਿਆਖਿਆ ਕੀਤੀ ਗਈ ਹੈ, ਉਸ ਦਾ ਸਕੰਦ ਪੁਰਾਣ ਵਿੱਚ ਕਿਤੇ ਸੰਕੇਤ ਵੀ ਨਹੀਂ ਹੈ। ਭਾਗਵਤ ਪੁਰਾਣ ਵਿੱਚ ਕ੍ਰਿਸ਼ਨ ਜੀ ਅਵਤਾਰੀ ਪੁਰਸ਼ ਹਨ, ਪਰ ਕ੍ਰਿਸ਼ਨ ਅਵਤਾਰ ਵਿੱਚ ਸੰਸਾਰੀ। ਜਿਸ ਵੇਲੇ ਕ੍ਰਿਸ਼ਨ ਜੀ ਵੱਲੋਂ ਜਾਬਰ ਖਾਂ ਅਤੇ ਗੈਰਤ ਖਾਂ ਨਾਂ ਦੇ ਪਠਾਨਾਂ ਨੂੰ ਲੜਦੇ ਅਤੇ ਫਿਰ ਸ਼ਹੀਦ ਹੁੰਦੇ ਦਿਖਾਇਆ ਗਿਆ ਹੈ, ਤਾਂ ਇੱਕੋ ਹੀ ਮੰਤਵ ਹੈ, ਲੜਾਈ ਹੁਣ ਲੜੀ ਜਾ ਰਹੀ ਹੈ। ਇਹ ਜਾਤ ਲਈ ਨਹੀਂ, ਸਗੋਂ ਜਮਾਤੀ ਸੁਤੰਤਰਤਾ ਲਈ ਹੈ। ਗੁਰੂ ਜੀ ਦੀ ਇਮਦਾਦ ਪਠਾਨ ਖੁੱਲ੍ਹੇ ਦਿਲ ਨਾਲ ਮੁਗਲ ਹਕੂਮਤ ਵਿਰੁੱਧ ਕਰ ਰਹੇ ਹਨ। ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ, ਕਾਲੇ ਖਾਨ ਵਰਗੇ ਪਠਾਨ ਅਤੇ ਸੈਦ ਖਾਨ ਵਰਗੇ ਸਈਦ ਇਸ ਘੋਲ ਨੂੰ ਪੂਰਾ ਤਰਾਣ ਲਗਾ ਕੇ ਸਫਲ ਬਣਾਉਣ ਵਿੱਚ ਲੱਗੇ ਹੋਏ ਸਨ। ਇਸੇ ਤਰ੍ਹਾਂ ਰਾਮਾਵਤਾਰ ਵਿੱਚ ਸਿਰਫ ਰਾਮ ਜੋਧੇ ਨੂੰ ਉਘਾੜਿਆ ਗਿਆ ਹੈ। ਦ੍ਰਿਸ਼ਟਾਂਤ ਵਜੋਂ ਕਿਸ਼ਾਕੰਧਾ ਕਾਂਡ ਅਤੇ ਸੁੰਦਰ ਕਾਂਡ ਦੇ ਵਿਸਥਾਰ ਨੂੰ ਸੰਕੋਚ ਕੇ 2 ਛੰਦਾਂ ਵਿੱਚ ਦਰਸਾ ਦਿੱਤਾ ਹੈ ਅਤੇ ਗੁਰੂ ਪਾਤਸ਼ਾਹ ਯੁੱਧ ਦਾ ਵਰਣਨ ਹੀ ਕਰਦੇ ਚਲੇ ਗਏ ਹਨ। ਉਹਨਾਂ ਦਾ ਮੰਤਵ ਕੋਈ ਰਾਮਾਵਤਾਰ ਦੀ ਕਥਾ ਕਰਨਾ ਨਹੀਂ, ਸਗੋਂ ਰਾਮ ਦੀ ਵੀਰਤਾ ਅਤੇ ਰਾਵਣ ਦਾ ਨਾਸ਼ ਦਰਸਾਉਣਾ ਸੀ। ਫਿਰ ਜੰਗ ਦਾ ਵਰਣਨ ਵੀ ਕੋਈ ਰਾਮਾਇਣ ਦੇ ਯੁੱਧ ਕਾਂਡ ਦੀ ਮਿੱਥੀ ਤਰਤੀਬ ਅਨੁਸਾਰ ਨਹੀਂ, ਸਗੋਂ ਨਵਾਂ ਵਾਤਾਵਰਨ ਉਸਾਰਿਆ ਹੈ। ਲਵ ਕੁਸ਼ ਯੁੱਧ ਦਾ ਪ੍ਰਸੰਗ ਬਾਲਮੀਕੀ ਰਾਮਾਇਣ ਵਿੱਚ ਨਹੀਂ ਹੈ, ਪਰ ਗੁਰੂ ਜੀ ਨੇ ਇੱਥੇ ਵਿਸਥਾਰ ਨਾਲ ਦਿੱਤਾ ਹੈ। ਬਾਲਕਾਂ ਨੇ ਸਭ ਲਛਮਣ, ਸ਼ਤਰੂਘਨ, ਸੁਗਰੀਵ, ਬਭੀਖਣ, ਹਨੂਮਾਨ, ਅੰਗਦ ਅਤੇ ਇੱਥੋਂ ਤੱਕ ਰਾਮ ਵੀ ਮਾਰ ਦਿੱਤੇ। ਉਹਨਾਂ ਦਾ ਇੱਕ ਹੀ ਮੰਤਵ ਸੀ ਕਿ ਧਰਮ ਯੁੱਧ ਵਿੱਚ ਹਰ ਕੋਈ, ਭਾਵੇਂ ਉਹ ਬਾਲਕ ਹੈ, ਹਿੱਸਾ ਪਾ ਸਕਦਾ ਹੈ। ਮਹਾਰਾਜ ਦੀ ਆਪਣੀ ਆਜੂ ਵੀ ਕੋਈ ਬਹੁਤੀ ਨਹੀਂ ਸੀ। ਲੋਕਾਂ ਵਿੱਚ ਵਿਸ਼ਵਾਸ ਭਰਿਆ ਜਾ ਰਿਹਾ ਸੀ। ਗੁਰੂ ਪਾਤਸ਼ਾਹ ਇਹ ਜਾਣਦੇ ਸਨ ਕਿ ਜੰਗਾਂ ਵਿੱਚ ਆਚਰਣ ਵੀ ਨੀਵੀਂ ਪੱਧਰ ਨੂੰ ਛੂਹ ਜਾਂਦਾ ਹੈ, ਇਸ ਲਈ ਉਹ ਐਸੀਆਂ ਕਥਾਵਾਂ ਵੀ ਨਾਲ ਨਾਲ ਰਚ ਰਹੇ ਸਨ ਜਿਸ ਨਾਲ ਆਚਰਣ ਉਸਾਰੀ ਹੁੰਦੀ ਰਹੇ। ਪਾਰਸਨਾਥ ਦੀ ਕਥਾ ਵਿੱਚ ਇਹ ਹੀ ਕੀਤਾ ਗਿਆ। ਉਸ ਵਿੱਚ ਬੇਬਾਕੀ ਅਤੇ ਸਾਖਤ ਦੀ ਲੜਾਈ ਦਿਖਾਈ ਗਈ। ਵਿਕਾਰੀਆਂ ਸਾਖਤਾਂ ਦੀ ਫੌਜ ਦੇ ਪ੍ਰਮੁੱਖ ਨਾਇਕ ਉਹਨਾਂ ਕਾਮ, ਕਲਹ, ਆਲਸ, ਭਰਮ, ਤ੍ਰਿਸ਼ਨਾ, ਅਪਮਾਨ, ਗੁਮਾਨ, ਨਿੰਦਾ, ਅਨਰਥ, ਧਰੋਹ, ਝੂਠ, ਚਿੰਤਾ, ਹਿੰਸਾ, ਹੰਕਾਰ, ਈਰਖਾ, ਸ਼ੰਕਾ, ਅਸੰਤੋਖ, ਅਸ਼ੋਭਾ, ਅਪਰਾਧ, ਲੋਭ, ਮੋਹ, ਅਲੱਜਿਆ ਅਤੇ ਗਿਲਾਨੀ ਆਦਿ ਦਰਸਾਏ। ਭਾਵ ਗੁਰੂ ਜੀ ਨੇ ਇਹਨਾਂ ਤੋਂ ਬਚਣ ਲਈ ਪ੍ਰੇਰਨਾ ਕੀਤੀ। ਦੂਜੇ ਪਾਸੇ ਯੋਧਿਆਂ ਦੀ ਐਸੀ ਫੌਜ ਇਕੱਠੀ ਕਰਨ ਲਈ ਕਿਹਾ ਜਿਸ ਦੇ ਨਾਇਕ ਸੰਜਮ, ਪ੍ਰੇਮ, ਧੀਰਜ, ਸ਼ਾਂਤੀ, ਲਾਜ, ਸੁਲਝ, ਨਿਰਹੰਕਾਰ, ਉਦਮ, ਉਪਰਾਮ, ਸ਼ੁਭ ਵਿਚਾਰ, ਸਤਸੰਗ, ਪ੍ਰੀਤੀ, ਪ੍ਰਬੰਧ, ਵਿਦਿਆ, ਨਾਮ, ਦਾਨ ਅਤੇ ਇਸ਼ਨਾਨ ਹੋਣ। ਚਰਿਤਰੋਪਖਿਆਨ ਲਿਖਣ ਦਾ ਵੀ ਇਹੀ ਕਾਰਨ ਸੀ ਕਿ ਧਰਮ ਯੁੱਧ ਵਿੱਚ ਜੂਝਣ ਵਾਲੇ ਆਚਰਣ ਦੀ ਮੂਰਤ ਹੋਣੇ ਚਾਹੀਦੇ ਹਨ। ਯੋਧਿਆਂ ਨੂੰ ਉਹਨਾਂ ਸਭ ਵਿਸ਼ਿਆਂ ਤੋਂ ਜਾਣੂ ਕਰਵਾਇਆ ਗਿਆ ਜੋ ਕਿਸੇ ਸਮੇਂ ਯੋਧੇ ਦਾ ਰਾਹ ਰੋਕ ਸਕਦੇ ਹਨ। ਕਈ ਚਿੱਤਰਾਂ ਵਿੱਚ ਔਰਤਾਂ ਦੀ ਬਹਾਦਰੀ ਵੀ ਦਰਸਾਈ ਗਈ। ਉਦਾਹਰਣ ਵਜੋਂ ਚਿੱਤਰ 195 ਵਿੱਚ ਮਾਰਵਾੜ ਦੇ ਰਾਜਾ ਜਸਵੰਤ ਸਿੰਘ ਦੀ ਮੌਤ ਹੋ ਜਾਣ ਤੇ ਉਸ ਦੀਆਂ ਰਾਣੀਆਂ ਮਾਣਮਤੀ ਅਤੇ ਬਿਤਨ ਪ੍ਰਭਾ ਨੂੰ ਔਰੰਗਜ਼ੇਬ ਦੀ ਫੌਜ ਨਾਲ ਗਹਿਗਾ 'ਚ ਯੁੱਧ ਕਰਦੇ ਦਿਖਾਇਆ। ਇਸੇ ਤਰ੍ਹਾਂ ਚਿੱਤਰ 104 ਵਿੱਚ ਰਾਜਬੀਰ ਸਿੰਘ ਦੀ ਪਤਨੀ ਕੈਲਾਸ਼ਮਤੀ ਨੂੰ ਸ਼ਾਹਜਹਾਨ ਨਾਲ ਸਿੱਧੇ ਲੜਦੇ ਦਿਖਾਇਆ ਹੈ। ਫਿਰ ਰਾਜਾ ਬੀਰਦੱਤ ਕੂਚ ਬਿਹਾਰ ਦੀ ਰਾਣੀ ਮੁਸ਼ਕਮਤੀ ਨੂੰ ਅਕਬਰ ਦੀ ਫੌਜ ਦੇ ਛੱਕੇ ਛੁਡਾਉਣ ਦੇ ਦਰਸਾਇਆ ਹੈ। ਔਰਤ ਨੂੰ ਨਾਇਕ ਬਣਾ ਕੇ ਕਦੇ ਔਰੰਗਜ਼ੇਬ, ਕਦੇ ਸ਼ਾਹਜਹਾਨ, ਕਦੇ ਅਕਬਰ ਨਾਲ ਟਕਰਾਉਣ ਦਾ ਵੀ ਇਹੀ ਹੀ ਮੰਤਵ ਸੀ ਕਿ ਸਿੱਖੀ ਲਹਿਰ ਵਿੱਚ ਔਰਤਾਂ ਦਾ ਵੀ ਉਤਨਾ ਹੀ ਹਿੱਸਾ ਹੈ ਜਿਤਨਾ ਮਰਦਾਂ ਜਾਂ ਹੋਰ ਕਿਸੇ ਦਾ। ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿੱਚ ਸਭ ਤੋਂ ਪਹਿਲਾਂ ਚੰਡੀ ਚਰਿੱਤਰ ਦੇ 227 ਛੰਦ ਲਿਖੇ। ਨਾਲ ਹੀ ਚੰਡੀ ਚਰਿੱਤਰ ਦਾ ਪੰਜਾਬੀ ਅਨੁਵਾਦ ਵੀ ਕੀਤਾ ਅਤੇ 55 ਪੌੜੀਆਂ ਉਚਾਰੀਆਂ। ਨਾ ਵਾਰ ਭਗੌਤੀ ਜੀ ਲਿਖਿਆ। ਇਸ ਵਾਰ ਨੂੰ ਪਾਉਂਟਾ ਸਾਹਿਬ ਢਾਡੀ ਰੋਜ਼ ਸ਼ਾਮ ਦੇ ਸੌਦਰ ਦੇ ਪਾਠ ਉਪਰੰਤ ਗਾਉਂਦੇ ਸਨ। ਉੱਥੇ ਹੀ ਭਾਗਵਤ ਪੁਰਾਣ ਦੇ 10ਮ ਸਕੰਦ ਦੀ ਤਰਜ਼ ਦਾ ਕ੍ਰਿਸ਼ਨ ਅਵਤਾਰ ਲਿਖਿਆ। ਸ਼ਸਤਰਨਾਮਾ ਮਾਲਾ ਵੀ ਉੱਥੇ ਹੀ ਰਚੀ, ਜਿਸ ਵਿੱਚ ਸ਼ਸਤਰਾਂ ਅਸਤਰਾਂ ਦਾ ਗੁਣ ਦਰਸਾ ਕੇ ਵਾਹਿਗੁਰੂ ਦੀ ਸ਼ਕਤੀ ਦ੍ਰਿੜਾਈ ਗਈ ਅਤੇ ਸ਼ਸਤਰਾਂ ਤੋਂ ਪ੍ਰੇਰਨਾ ਲੈ ਕੇ ਜੂਝਣ ਲਈ ਤਿਆਰ ਕੀਤਾ।
ਦਰਬਾਰੀ ਕਵੀਆਂ ਅੰਮ੍ਰਿਤ ਰਾਏ, ਹੰਸ ਰਾਮ, ਕੁਵਰੇਸ਼ ਅਤੇ ਮੰਗਲ ਕੋਲੋਂ ਮਹਾਭਾਰਤ ਗ੍ਰੰਥਾਂ ਦੇ 18 ਪਰਵ ਸੌਖੀ ਬੋਲੀ ਵਿੱਚ ਲਿਖਵਾਏ। ਸੈਨਾਪਤੀ ਨੇ ਚਾਣਕ ਨੀਤੀ ਸਧਾਰਨ ਬੋਲੀ ਵਿੱਚ ਲਿਖੀ। ਹਿਤ ਉਪਦੇਸ਼ ਭਾਈ ਲਖਣ ਅਤੇ ਭੌਜ ਰਾਜ ਨੇ ਹਿੰਦੀ ਵਿੱਚ ਲਿਖਿਆ। ਪਿੰਗਰ ਸਾਰ ਨੂੰ ਗਿਰਧਾਰੀ ਨੇ ਨਵਾਂ ਰੂਪ ਦਿੱਤਾ। ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਜੋ ਗ੍ਰੰਥ ਵਿਦਵਾਨਾਂ ਨੇ ਤਿਆਰ ਕੀਤਾ ਉਸ ਦਾ ਨਾਂ ਵਿਦਿਆ ਸਾਗਰ ਸੀ ਅਤੇ ਉਸ ਦੀ ਮਹੱਤਤਾ ਕੋਈ ਕਹਿ ਲਿਖ ਨਹੀਂ ਸਕਦਾ। ਵਿਦਿਆ ਸਾਗਰ ਭਏ ਤਿਆਰ, ਕਛ ਸ਼ੋਭਾ ਅੰਤ ਨ ਪਾਰਾਵਾਰ। ਗੁਰੂ ਪਾਤਸ਼ਾਹ ਆਪੂ ਰੋਜ਼ ਕਵਿਤਾਵਾਂ ਸੁਣਦੇ ਅਤੇ ਖੁੱਲ੍ਹੇ ਦਿਲ ਇਨਾਮ ਵੰਡਦੇ। ਕਈ ਵਾਰੀ ਪ੍ਰਸੰਨ ਹੋ ਕੇ ਕਵੀ ਦੀ ਕਵਿਤਾ ਹੀ ਗਾਤਰੇ ਵਿੱਚ ਹਫ਼ਤਾ ਹਫ਼ਤਾ ਲਟਕਾਈ ਰੱਖਦੇ। ਜਿਤਨਾ ਸਨਮਾਨ ਗੁਰੂ ਜੀ ਨੇ ਕਵੀਆਂ ਨੂੰ ਦਿੱਤਾ ਉਸ ਤੋਂ ਪਹਿਲਾਂ ਉਹਨਾਂ ਨੇ ਕਦੇ ਪਾਇਆ ਹੀ ਨਹੀਂ ਸੀ। ਪਾਉਂਟਾ ਸਾਹਿਬ ਵਿਖੇ ਜੋ ਕੌਮ ਤਿਆਰ ਕੀਤੀ ਜਾ ਰਹੀ ਸੀ ਉਸ ਵਿੱਚ ਕਵੀਆਂ ਦਾ ਪੂਰਾ ਪੂਰਾ ਹਿੱਸਾ ਪੈ ਰਿਹਾ ਸੀ। ਪੀਰ ਬੁੱਧੂ ਸ਼ਾਹ ਦਾ 500 ਪਠਾਨਾਂ ਸਮੇਤ ਪੁੱਜਣਾ। ਪੀਰ ਬੁੱਧੂ ਸ਼ਾਹ ਸਢੌਰਾ ਦੇ ਵਸਨੀਕ ਸਨ। ਇਹਨਾਂ ਦਾ ਪੂਰਾ ਨਾਂ ਸ਼ੇਖ ਬਦਰੁੱਦੀਨ ਸੀ। ਸਢੌਰਾ ਦਾ ਪਹਿਲਾ ਨਾਂ ਸਾਧੂਵਾੜਾ ਸੀ। ਕਈ ਸਾਧੂ ਰਾਹ ਵੀ ਕਹਿੰਦੇ ਸਨ। ਵਿਗੜ ਕੇ ਸਢੌਰਾ ਪੈ ਗਿਆ। ਬੁੱਧ ਸਮੇਂ ਤੋਂ ਹੀ ਇੱਥੇ ਕਈ ਪ੍ਰਸਿੱਧ ਮੱਠ ਸਨ ਅਤੇ ਇਹ ਸਾਧੂਆਂ ਦੀ ਇੱਕ ਪ੍ਰਕਾਰ ਦੀ ਪਨਾਹ ਹੀ ਸੀ। ਬੁੱਧੂ ਸ਼ਾਹ ਖੁੱਲ੍ਹੇ ਖਿਆਲਾਂ ਦੇ ਸੱਯਦ ਸਨ ਅਤੇ ਇਹਨਾਂ ਦਾ ਸਤਿਕਾਰ ਪਠਾਨ ਬਹੁਤ ਕਰਦੇ ਸਨ। ਹਿੰਦੂਆਂ ਅਤੇ ਮੁਸਲਮਾਨਾਂ ਲਈ ਹਰ ਸਮੇਂ ਲੰਗਰ ਚੱਲਦੇ ਰਹਿੰਦੇ ਸਨ। ਇਤਨੀ ਸੰਭਾਲ ਕਰਦੇ ਸਨ ਕਿ ਹਿੰਦੂਆਂ ਦੇ ਲੰਗਰ ਪਕਾਉਣ ਲਈ ਬ੍ਰਾਹਮਣ ਰੱਖੇ ਹੋਏ ਸਨ ਅਤੇ ਇਹ ਸਿਰਫ ਲੋੜ ਲਈ ਰਸਦ ਪਹੁੰਚਾ ਦਿੰਦੇ ਸਨ। ਗੁਰੂ ਮਹਾਰਾਜ ਦਾ ਪਾਉਂਟਾ ਸਾਹਿਬ ਟਿਕਾਣਾ ਸੁਣ ਕੇ ਇਹ ਕਈ ਵਾਰੀ ਉੱਥੇ ਦਰਸ਼ਨਾਂ ਲਈ ਜਾਂਦੇ। ਗੁਰੂ ਘਰ ਵਿੱਚ ਵਿਤਕਰੇ ਦੀ ਬੂ ਅਤੇ ਕਿਸੇ ਫਿਰਕੇ ਨਾਲ ਉਚੇਚ ਨਾ ਹੁੰਦਾ ਦੇਖ ਇਹ ਗੁਰੂ ਜੀ ਵੱਲ ਹੋਰ ਖਿੱਚੇ ਗਏ। ਜਦ ਬੁੱਧੂ ਸ਼ਾਹ ਨੇ ਅੱਲਾ ਦਾ ਵਸਲ ਕਿਵੇਂ ਹੋਵੇ ਪੁੱਛਿਆ ਤਾਂ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜਿਵੇਂ ਰਾਤ ਨੂੰ ਦਿਨ ਦਾ ਵਸਲ। ਮਹਾਰਾਜ ਦਾ ਭਾਵ ਸੀ ਕਿ ਸੱਚ ਦੇ ਪ੍ਰਕਾਸ਼ ਨਾਲ ਮੈਂ ਮਰ ਜਾਂਦੀ ਹੈ, ਸੱਚ ਰਹਿੰਦਾ ਹੈ, ਮੈਂ ਨਹੀਂ ਰਹਿੰਦੀ। ਰਾਜਪੂਤਾਂ ਪਿੱਛੋਂ ਔਰੰਗਜ਼ੇਬ ਨੇ ਪਠਾਣਾਂ ਨੂੰ ਵੀ ਆਪਣੀ ਫੌਜ ਵਿੱਚੋਂ ਕੱਢਣ ਦਾ ਹੁਕਮ ਦੇ ਦਿੱਤਾ ਸੀ। ਪਠਾਨ ਸ਼ੀਆ ਖਿਆਲ ਦੇ ਸਨ ਅਤੇ ਔਰੰਗਜ਼ੇਬ ਕੱਟੜ ਸੁੰਨੀ ਸੀ। ਨਵੇਂ ਫਰਮਾਨ ਅਧੀਨ ਹੀ ਜਮਨਾ ਨਗਰ ਦੇ ਨੇੜੇ ਦਾਮਲੇ ਦੇ 500 ਪਠਾਨ ਫੌਜ ਵਿੱਚੋਂ ਹਟਾ ਦਿੱਤੇ ਗਏ। ਉਹ ਦੁਖੀ ਅਤੇ ਆਤੁਰ ਹੋ ਪੀਰ ਬੁੱਧੂ ਸ਼ਾਹ ਕੋਲ ਪੁੱਜੇ। ਪੀਰ ਜੀ ਦਾ ਸਿੱਧਾ ਧਿਆਨ ਤੁਰੰਤ ਗੁਰੂ ਗੋਬਿੰਦ ਸਿੰਘ ਜੀ ਵੱਲ ਹੋ ਗਿਆ। ਉਸ ਦੇਖਿਆ ਕਿ ਦੀਨਾਂ ਦੇ ਰੱਖਿਅਕ ਗੁਰੂ ਜੀ ਨਾ ਸਿਰਫ ਪਠਾਨਾਂ ਲਈ ਪਨਾਹ ਬਣ ਸਕਦੇ ਸਨ ਸਗੋਂ ਪਾਲਣ ਪੋਸ਼ਣ ਵੀ ਕਰ ਸਕਦੇ ਸਨ। ਉਹ 500 ਪਠਾਨਾਂ ਨੂੰ ਨਾਲ ਲੈ ਕੇ ਪਾਉਂਟਾ ਸਾਹਿਬ ਪੁੱਜੇ ਅਤੇ ਗੁਰੂ ਜੀ ਨੇ 30 ਰੁਪਏ ਪ੍ਰਤੀ ਸਵਾਰ ਤੇ 100 ਰੁਪਏ ਪ੍ਰਤੀ ਸਰਦਾਰ ਸਭ ਨੂੰ ਨੌਕਰ ਰੱਖ ਲਿਆ। ਉਹਨਾਂ 5 ਸਰਦਾਰਾਂ ਦੇ ਨਾਂ ਸਿੱਖ ਇਤਿਹਾਸ ਵਿੱਚ ਇਸ ਪ੍ਰਕਾਰ ਆਏ ਹਨ: ਕਾਲੇ ਖਾਨ, ਭੀਖਣ ਸ਼ਾਹ, ਨਜਾਬਤ ਖਾਨ, ਹਯਾਤ ਖਾਨ ਅਤੇ ਉਮਰ ਖਾਨ। ਮਹਾਨ ਕੋਸ਼ ਦੇ ਲਿਖਾਰੀ ਦਾ ਕਹਿਣਾ ਹੈ ਕਿ ਕੇਵਲ ਕਾਲੇ ਖਾਨ ਨਮਕ ਹਰਾਮ ਨਹੀਂ ਹੋਇਆ, ਬਾਕੀ ਸਰਦਾਰ ਸਵਾਰਾਂ ਸਮੇਤ ਸਤਿਗੁਰ ਨੂੰ ਭੰਗਾਣੀ ਦੇ ਜੰਗ ਸਮੇਂ ਛੱਡ ਗਏ। ਬਾਬਾ ਰਾਮ ਰਾਏ ਨਾਲ ਮਿਲਣੀ। ਬਾਬਾ ਰਾਮ ਰਾਏ ਨੇ ਔਰੰਗਜ਼ੇਬ ਵੱਲੋਂ ਦਿੱਤੀ ਜਗੀਰ ਤੇ ਹੀ ਡੇਰਾ ਪਾ ਲਿਆ। ਕੁਝ ਸਮੇਂ ਵਿੱਚ ਦੂਣ ਦੀ ਵਸੋਂ ਬਹੁਤੀ ਹੋ ਗਈ। ਗੁਰਸੰਤਾਨ ਅਤੇ ਕਰਾਮਾਤੀ ਪ੍ਰਸਿੱਧ ਹੋਣ ਕਾਰਨ ਪਹਾੜੀ ਰਾਜਿਆਂ ਵਿੱਚ ਪੂਜਿਆ ਵੀ ਜਾਣ ਲੱਗ ਪਿਆ। ਔਰੰਗਜ਼ੇਬ ਨਾਲ ਚੰਗੀ ਮੁਲਾਕਾਤ ਅਤੇ ਰਸਾਈ ਹੋਣ ਕਾਰਨ ਕਈ ਰਾਜਿਆਂ ਨੂੰ ਖਿਰਾਜ ਦੀਆਂ ਮੁਆਫੀਆਂ ਅਤੇ ਇਮਦਾਦ ਵੀ ਦਿਲਵਾਉਂਦਾ ਰਿਹਾ। ਇਸ ਕਾਰਨ ਉਹਨਾਂ ਰਾਜ ਦਰਬਾਰਾਂ ਵਿੱਚ ਜੋ ਗੁਰੂ ਕਰਕੇ ਭਾਵੇਂ ਨਹੀਂ ਵੀ ਪੂਜਦੇ ਸਨ, ਸ਼ਕਤੀਸ਼ਾਲੀ ਹੋਣ ਕਾਰਨ ਸਤਿਕਾਰ ਪਾਉਣ ਲੱਗ ਪਿਆ, ਪਰ ਬਹੁਤੀ ਦੇਰ ਇਹ ਭੜ ਬਣਿਆ ਨਾ ਰਹਿ ਸਕਿਆ। ਇੱਕ ਤਾਂ ਔਰੰਗਜ਼ੇਬ ਦੇ ਦੱਖਣ ਚਲੇ ਜਾਣ ਕਾਰਨ ਬਹੁਤੇ ਪਹਾੜੀ ਰਾਜੇ ਸੁਤੰਤਰ ਹੋ ਗਏ ਅਤੇ ਦੂਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਹਣ ਪੁੱਜਣਾ ਸੁਣ ਕੇ ਪਹਾੜੀ ਰਾਜੇ ਰਾਮ ਰਾਏ ਕੋਲੋਂ ਹੁਣ ਸਗੋਂ ਪਿੱਛਾ ਛੁਡਾਉਣ ਦੀ ਕਰਨ ਲੱਗੇ। ਫਿਰ ਬਾਬਾ ਰਾਮ ਰਾਏ ਜੀ ਨੂੰ ਵੀ ਕੁਝ ਸੋਝੀ ਆਉਣੀ ਸ਼ੁਰੂ ਹੋ ਗਈ। ਉਹ ਸੁਣ ਚੁੱਕੇ ਸਨ ਕਿ ਬਾਬਾ ਧੀਰਮਲ ਨੂੰ ਤਸੀਹੇ ਦੇ ਕੇ ਰਣਥੰਭੌਰ ਦੇ ਕਿਲ੍ਹੇ ਵਿੱਚ ਮਾਰ ਦਿੱਤਾ ਗਿਆ ਹੈ। ਉਹਨਾਂ ਦੇ ਵੱਡੇ ਪੁੱਤਰ ਬਾਬਾ ਰਾਮਚੰਦ ਜੀ ਨੂੰ ਵੀ ਦਿੱਲੀ ਦੀ ਕੋਤਵਾਲੀ ਵਿੱਚ ਨਜ਼ਰਬੰਦੀ ਦੌਰਾਨ ਖਤਮ ਕਰ ਦਿੱਤਾ ਗਿਆ ਹੈ। ਸੋ ਇਸ ਵਿਚਾਰ ਦਾ ਬਣ ਜਾਣਾ ਸੁਭਾਵਿਕ ਸੀ ਕਿ ਗੁਰੂ ਘਰ ਨਾਲ ਵਿਗਾੜ ਕੇ ਟੁਰਨਾ ਸਮੇਂ ਦੀ ਨੀਤੀ ਨਹੀਂ। ਰਾਮ ਰਾਏ ਨੂੰ ਵੀ ਇਹ ਸੂਝ ਆਈ ਕਿ ਜਿਨ੍ਹਾਂ ਮਸੰਦਾਂ ਦੇ ਸਹਾਰੇ ਉਸ ਆਪਣੀ ਗੱਦੀ ਕਾਇਮ ਰੱਖੀ ਹੋਈ ਹੈ, ਉਹ ਹੀ ਉਸ ਦੀ ਜਾਨ ਦੇ ਵੈਰੀ ਬਣ ਗਏ ਹਨ। ਮਸੰਦ ਰਾਮ ਰਾਏ ਦੇ ਪੱਲੇ ਕੁਝ ਵੀ ਨਹੀਂ ਸਨ ਪੈਣ ਦਿੰਦੇ। ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ਾਂ ਦੇ ਘਰ ਆ ਕੇ ਪਿਛਲੀਆਂ ਭੁੱਲਾਂ ਬਖਸ਼ਾ ਦਿੱਤੀਆਂ। ਉਂਝ ਉਮਰ ਵਿੱਚ ਬੇਸ਼ੱਕ ਰਾਮ ਰਾਏ ਜੀ ਵੱਡੇ ਸਨ, ਪਰ ਰਿਸ਼ਤੇ ਵਿੱਚ ਗੁਰੂ ਜੀ ਉਸਦੇ ਚਾਚਾ ਜੀ ਸਨ। ਉਸ ਨੂੰ ਪਛਤਾਵਾ ਕਰਦੇ ਦੇਖ ਮਹਾਰਾਜ ਨੇ ਪੰਡਿਤ ਦਇਆ ਰਾਮ ਨੂੰ ਡੇਹਰਾਦੂਨ ਭੇਜਿਆ।
ਅਪ੍ਰੈਲ 1686 ਈਸਵੀ ਨੂੰ ਜਮਨਾ ਵਿਚਕਾਰ ਮੁਲਾਕਾਤ ਹੋਈ। ਇਹ ਨਵੇਕਲੀ ਥਾਂ ਚੁਣਨ ਦਾ ਕਾਰਨ ਸੀ ਕਿ ਗੱਲ ਗੁਪਤ ਰਹੇ ਅਤੇ ਜਦ ਤੱਕ ਸਿਰੇ ਨਾ ਚੜ੍ਹੇ ਉਸ ਦੀ ਸੂਹ ਨਾ ਨਿਕਲੇ। ਬਾਬਾ ਰਾਮ ਰਾਏ ਜੀ ਦੇਹਰਾਦੂਨ ਤੋਂ ਚਕਰਾਤਾਂ ਅਤੇ ਫਿਰ ਜਮਨਾ ਕਿਨਾਰੇ ਬੇੜੀ 'ਤੇ ਸਵਾਰ ਹੋ ਕੇ ਆਏ। ਗੁਰੂ ਜੀ ਵੀ ਬੇੜੀ 'ਤੇ ਸਵਾਰ ਹੋ ਕੇ ਅਗਾਂਹ ਵਧੇ। ਜਦ ਜਮਨਾ ਵਿਚਕਾਰ ਬੇੜੀਆਂ ਮਿਲੀਆਂ ਤਾਂ ਗੁਰੂ ਜੀ ਨੇ ਰਾਮ ਰਾਏ ਇੱਕੋ ਬੇੜੀ ਵਿੱਚ ਹੋ ਗਏ। ਰਾਮ ਰਾਏ ਨੇ ਸਿਰ ਝੁਕਾਇਆ ਅਤੇ ਮਸੰਦਾਂ ਦੇ ਅਤਿਆਚਾਰ ਦੱਸੇ ਅਤੇ ਬੇਨਤੀ ਕੀਤੀ ਕਿ ਉਸ ਦੀ ਮ੍ਰਿਤੂ ਹੋ ਜਾਣ ਵੇਲੇ ਘਰ ਪਰਿਵਾਰ ਦੀ ਰੱਖਿਆ ਕਰਨੀ। ਸ਼ਹੀਦੀ ਬਿਲਾਸ ਦੇ ਸ਼ਬਦਾਂ ਵਿੱਚ ਮਹਾਰਾਜ ਸੁਣ ਕੇ ਹੈਰਾਨ ਹੋਏ। ਅਗਲੇ ਸਾਲ ਜਦ ਰਾਮ ਰਾਏ ਨੂੰ ਮਸੰਦਾਂ ਨੇ ਹੀ ਰਜਾਈ ਵਿੱਚ ਘੁੱਟ ਕੇ ਮਾਰ ਦਿੱਤਾ ਅਤੇ ਫਿਰ ਅੱਗ ਲਗਾ ਦਿੱਤੀ ਤਾਂ ਰਾਮ ਰਾਏ ਦੀ ਪਤਨੀ ਮਾਤਾ ਪੰਜਾਬ ਕੌਰ ਦੇ ਸੱਦੇ 'ਤੇ ਗੁਰੂ ਜੀ ਆਪੂ ਭੋਗ ਅਤੇ ਦੇਹਰਾਦੂਨ ਪੁੱਜੇ ਅਤੇ ਮਸੰਦਾਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ। ਇੱਥੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਰਾਮ ਰਾਏ ਜੀ ਆਪਣਾ ਹਸ਼ਰ ਪ੍ਰਤੱਖ ਦੇਖ ਰਹੇ ਸਨ ਅਤੇ ਗੁਰੂ ਜੀ ਦੀ ਸਹਾਇਤਾ ਲੈਣ ਲਈ ਆਏ ਸਨ। ਫਿਰ ਜਦ ਰਾਮ ਰਾਏ ਦੇ ਚੇਲੇ ਬਾਵਾ ਗੁਰਬਖਸ਼ ਰਾਏ ਨੇ ਦਸ਼ਮੇਸ਼ ਪਿਤਾ ਦੀ ਸ਼ਰਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹੋਇਆਂ ਹੀ ਕੁਝ ਗੋਝੇ ਸ਼ਬਦ ਬੋਲੇ ਤਾਂ ਭਾਈ ਮਣੀ ਸਿੰਘ ਜੀ, ਜੋ ਰਾਮ ਰਾਏ ਦੀ ਬਰਸੀ 'ਤੇ 50 ਸਿੱਖਾਂ ਨਾਲ ਉੱਥੇ ਪੁੱਜੇ ਹੋਏ ਸਨ, ਨੇ ਆਪੂ ਅੱਗੇ ਵੱਧ ਕੇ ਉਸ ਨੂੰ ਤਖਤ ਪੋਸ਼ ਤੋਂ ਥੱਲੇ ਚੁੱਕ ਮਾਰਿਆ। ਇਹ ਸਭ ਦਰਸਾਉਂਦਾ ਹੈ ਕਿ ਰਾਮ ਰਾਏ ਜੀ ਦਾ ਰੋਹਬ ਬਹੁਤ ਪਹਿਲਾਂ ਮੁੱਕ ਚੁੱਕਾ ਸੀ ਅਤੇ ਮਸੰਦਾਂ ਦੇ ਇੱਕ ਕਿਸਮ ਦੇ ਕੈਦੀ ਹੀ ਹੋ ਗਏ ਸਨ। ਜਮਨਾ ਕਿਨਾਰੇ ਇੱਕ ਹੋਰ ਅਚਰਜ ਘਟਨਾ ਵੀ ਹੋਈ ਜੋ ਗੁਰੂ ਨਾਲ ਸਿੱਖੀ ਪਿਆਰ ਦੀ ਅਮਿੱਟ ਨਿਸ਼ਾਨੀ ਬਣ ਗਈ। ਗੁਰੂ ਹਰ ਰਾਏ ਜੀ ਦਾ ਹੁਕਮ ਸੀ ਕਿ ਕੋਈ ਸਿੱਖ ਰਾਮ ਰਾਏ ਦੇ ਮੱਥੇ ਨਾ ਲੱਗੇ। ਸਿੱਖਾਂ ਜਦ ਰਾਮ ਰਾਏ ਨੂੰ ਦੂਰੋਂ ਘੋੜੇ 'ਤੇ ਸਵਾਰ ਹੁੰਦੇ ਦੇਖਿਆ ਤਾਂ ਦਰਿਆ ਵੱਲ ਪਿੱਠ ਕਰਕੇ ਖੜ੍ਹੇ ਹੋ ਗਏ। ਇਸ ਤਰ੍ਹਾਂ ਕਰਨ ਨਾਲ ਗੁਰੂ ਗੋਬਿੰਦ ਸਿੰਘ ਦੀ ਸ਼ਖਸੀ ਸਰੂਪ ਵੱਲ ਬੇਸ਼ੱਕ ਪਿੱਠ ਹੋ ਗਈ, ਪਰ ਹੁਕਮ ਨੂੰ ਉਹਨਾਂ ਪਾਲ ਕੇ ਦੱਸ ਦਿੱਤਾ। ਜਦ ਤੱਕ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੁਕਮਾਂ ਨੂੰ ਵਾਪਸ ਨਾ ਲਿਆ, ਤਦ ਤੱਕ ਸਿੱਖ ਪਿੱਠ ਕਰਕੇ ਹੀ ਗੁਰੂ ਦੇ ਹੁਕਮਾਂ ਨੂੰ ਪਾਲਦੇ ਰਹੇ। ਬ੍ਰਾਹਮਣਾਂ ਦੇ ਆਖਰੀ ਗੜ੍ਹ 'ਤੇ ਮਾਰੂਵਾਰ। ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਪੁਰਾਤਨ ਗ੍ਰੰਥਾਂ ਦੇ ਤਰਜਮੇ ਕਰਾਉਣ ਸਮੇਂ ਅਨੁਭਵ ਕੀਤਾ ਕਿ ਸੰਸਕ੍ਰਿਤ ਤਾਂ ਕੁਝ ਬ੍ਰਾਹਮਣਾਂ ਦੀ ਹੀ ਅਜਾਰਾਦਾਰੀ ਬਣ ਗਈ ਹੈ ਅਤੇ ਜਦ ਤੱਕ ਉਹਨਾਂ ਦੇ ਹੱਥੋਂ ਇਸ ਵਿੱਦਿਆ ਨੂੰ ਆਜ਼ਾਦ ਨਹੀਂ ਕਰਵਾਇਆ ਜਾਂਦਾ, ਬ੍ਰਾਹਮਣ ਆਪਣੀ ਮਨਮਾਨੀ ਕਰਦੇ ਹੀ ਟੁਰੀ ਜਾਣਗੇ। ਬ੍ਰਾਹਮਣੀ ਜੂਲਾ ਹਿੰਦੁਸਤਾਨੀਆਂ 'ਤੇ ਖਾਸ ਕਰ ਸਿੱਖਾਂ ਤੋਂ ਲਾਉਣਾ ਜ਼ਰੂਰੀ ਹੈ। ਪਾਉਂਟਾ ਸਾਹਿਬ ਹੀ ਕਈ ਸੰਸਕ੍ਰਿਤ ਦੇ ਵਿਦਵਾਨਾਂ ਨੇ ਓਟ ਲਈ ਹੋਈ ਸੀ। ਉਹਨਾਂ ਵਿੱਚ ਇੱਕ ਉੱਘੇ ਪੰਡਿਤ ਰਘੂਨਾਥ ਦਾ ਨਾਂ ਸਿੱਖ ਇਤਿਹਾਸ ਨੇ ਦਿੱਤਾ ਹੈ। ਜਦ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣ ਲਈ ਉਸ ਨੂੰ ਕਿਹਾ ਗਿਆ ਤਾਂ ਉਸ ਸਾਫ਼ ਇਨਕਾਰ ਕਰ ਦਿੱਤਾ। ਉਹ ਆਪਣੇ ਰਾਖਵੇਂ ਹੱਕ ਕਿਸੇ ਵੀ ਸ਼ਕਲ ਵਿੱਚ ਛੱਡਣ ਲਈ ਤਿਆਰ ਨਹੀਂ ਸੀ। ਗੁਰੂ ਜੀ ਨੂੰ ਵੀ ਵਿਉਂਤ ਸੁੱਝੀ। ਉਹ ਜਾਣਦੇ ਸਨ ਕਿ ਬਨਾਰਸ ਦੀਆਂ ਪਾਠਸ਼ਾਲਾਵਾਂ ਤਾਂ ਔਰੰਗਜ਼ੇਬੀ ਫਰਮਾਨ ਨਾਲ ਬੰਦੀ ਹੋ ਗਈਆਂ ਹਨ ਅਤੇ ਵਿਦਵਾਨ ਘਰਾਂ ਵਿੱਚ ਦੁਖੀ ਬੈਠੇ ਹਨ ਅਤੇ ਉਹਨਾਂ ਦੀ ਰੋਜੀ ਦਾ ਵੀ ਕੋਈ ਪ੍ਰਬੰਧ ਨਹੀਂ। ਗੁਰੂ ਜੀ ਨੇ ਕੁਝ 94 ਸਿੱਖ ਵਿਦਵਾਨਾਂ ਨੂੰ ਬਨਾਰਸ ਭੇਜਣ ਦਾ ਫੈਸਲਾ ਕੀਤਾ। ਉਹਨਾਂ ਨੂੰ 11ਵੇਂ ਵਸਤਰ ਪਾ ਕੇ ਬਨਾਰਸ ਭੇਜਿਆ। ਉੱਥੋਂ ਔਖਿਆਈ ਨਾਲ ਵਿੱਦਿਆ ਪ੍ਰਾਪਤ ਕਰਕੇ ਉਹ ਉਸ ਸਮੇਂ ਮੁੜੇ ਜਦ ਖਾਲਸਾ ਪੰਥ ਦੀ ਸਾਜਨਾ ਹੋ ਚੁੱਕੀ ਸੀ। ਉਹਨਾਂ ਅੰਮ੍ਰਿਤ ਛਕ ਕੇ ਸਫੇਦ ਵਸਤਰ ਪਾ ਲਏ ਅਤੇ ਨਿਰਮਲੇ ਖਾਲਸੇ ਕਹਿਲਾਉਣ ਲੱਗ ਪਏ। ਉਹਨਾਂ ਪਹਿਲਾਂ 5 ਜਿਨ੍ਹਾਂ ਬ੍ਰਾਹਮਣੀ ਜੂਲੇ ਨੂੰ ਉਤਾਰਨ ਦਾ ਸਾਹਸ ਕੀਤਾ ਦੇ ਨਾਂ ਸਿੱਖ ਇਤਿਹਾਸ ਨੇ ਭਾਈ ਰਾਮ ਸਿੰਘ, ਭਾਈ ਵੀਰ ਸਿੰਘ, ਭਾਈ ਕਰਮ ਸਿੰਘ, ਭਾਈ ਗੰਡਾ ਸਿੰਘ ਅਤੇ ਭਾਈ ਸੋਭਾ ਸਿੰਘ ਲਿਖਿਆ ਹੈ। ਉਹਨਾਂ 5 ਨੇ ਹੀ ਨਿਰਮਲ ਪ੍ਰਥਾ ਚਲਾਈ ਅਤੇ ਸਿੱਖੀ ਵਿੱਚ ਵਿੱਦਿਆ ਪ੍ਰਚਾਰ ਕੀਤਾ, ਗੁਰਮਤਿ ਸੰਬੰਧੀ ਗੁਹਜ ਗਿਆਨ ਦਿੱਤਾ ਅਤੇ ਪੁਸਤਕਾਂ ਰਚੀਆਂ। ਬੇਸਕਾਰਾ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਿਆਂ, ਅਹੰਕਾਰੀਆਂ ਅਤੇ ਪੰਡਤਾਂ ਦਾ ਭੜ ਤੋੜਨ ਲਈ ਹੀ ਅਟੱਲ ਵਚਨ ਕੀਤੇ ਸਨ। ਇਨਹੀ ਤੇ ਪੰਡਤ ਉਪਜਾਊਂ, ਕਥਾ ਕਰਨ ਕੀ ਰੀਤ ਚਲਾਊਂ, ਇਨਹੀ ਤੇ ਰਾਜੇ ਉਪਜਾਊਂ, ਰਾਜ ਕਰਨ ਕੀ ਰੀਤ ਚਲਾਊਂ, ਇਨਹੀ ਕੋ ਸਰਦਾਰ ਬਣਾਊਂ, ਤਬੇ ਗੋਬਿੰਦ ਸਿੰਘ ਨਾਮ ਕਹਿਲਾਊਂ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦੇ 98 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।